ਬਾਇਓਲੋਜੀਕਲੀ ਸੈਕਸ ਔਰ ਸਾਈਕੋਲੋਜੀਕਲ ਸੈਕਸ ਜਦੋਂ ਮਿਸਮੈਚ ਹੋ ਜਾਂਦਾ ਹੈ ਉਸ ਟਾਈਮ ਅਸੀਂ ਆਪ ਨੂੰ ਡਿਫਰੈਂਟ ਫੀਲ ਕਰਦੇ ਹਾਂ। ਬਾਇਓਲੋਜੀਕਲ ਸੈਕਸ ਹੁੰਦਾ ਗਰਦਨ ਤੋਂ ਨੀਚੇ ਐਂਡ ਸਾਈਕੋਲੋਜੀਕਲ ਸੈਕਸ ਹੁੰਦਾ ਬ੍ਰੇਨ। ਜਦੋਂ ਇਹ ਦੋਨੋਂ ਡਿਸਕਨੈਕਟ ਹੋ ਜਾਂਦੇ ਜਾਂ ਅਲੱਗ-ਅਲੱਗ ਕੰਮ ਕਰਦੇ हैं, ਲਾਈਕ ਸਪੋਜ਼ ਮੇਰਾ ਸਰੀਰ ਮੇਲ ਹੈ ਐਂਡ ਮੇਰਾ ਬ੍ਰੇਨ ਫੀਮੇਲ ਆਪਣੇ ਆਪ ਨੂੰ ਮਹਿਸੂਸ ਕਰਵਾ ਰਿਹਾ, ਜਾਂ ਫਿਰ ਮੇਰਾ ਬ੍ਰੇਨ अपने आप फीमेल मानता और मेरा मेल मानता और मेरा बॉडी फीमेल दी है। सो दोनों का जो डिसकनैक्शन हो जाता है फिर उस टाइम ट्रांसफॉर्मेशन बॉडी मतलब असी सोचते हैं कि असी अपने आप को उस तो शरीर तो अलग मानते हैं। ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਜਦੋਂ ਤੁਸੀਂ ਲਈ ਤਾਂ ਉਦੋਂ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ? आई एम इन राइट जेंडर बट इन रॉन्ग वर्ल्ड। मैं बिल्कुल परफेक्ट हाँ, कोई मैंने मेरे अंदर कोई कमी नहीं है, बिल्कुल राइट जेंडर है जो कुदरत ने मैंने दिता है। मैं चाहती मैं बैगिंग 'ਚ चली जाती, मैं सैक्स वर्क 'ਚ भी जा सकती सी। बहुत सारे रस्ते सी जिथे ईजिली आई कैन अर्न एंड आई कुड बी रिच पर्सन, बट मैं अमीर होने तो ज़्यादा अपनी पहचान को ज़्यादा तवज्जो दी है। मैं ताली नहीं बजानी, मैं ताली बजवानी है। मुंडिया के वॉशरूम 'ਚ जाने की कोशिश की, उत्थे हसते सी मुंडे। फीमेल ਦੀ ਵਾਸ਼ਰੂਮ 'ਚ ਉੱਥੇ ਉਹ ਸਾਰੇ ਬਾਹਰ ਆ ਜਾਂਦੇ ਸੀ ਮੈਨੂੰ ਦੇਖਦੇ ਹੀ। ਫਿਰ ਬਹੁਤ ਜ਼ਿਆਦਾ ਡਿਫਿਕਲਟੀਜ਼ ਹੋਈਆਂ। ਮੈਂ ਵਾਈਸ ਚਾਂਸਲਰ ਨੂੰ ਲੈਟਰ ਲਿਖਿਆ ਕਿ ਆਈ ਨੀਡ ਅ ਸੈਪਰੇਟ ਵਾਸ਼ਰੂਮ, ਕਿਉਂਕਿ ਸੁਪਰੀਮ ਕੋਰਟ ਦੀ ਵੀ ਡਾਇਰੈਕਸ਼ਨ ਸੀਗੀ। ਲੱਕੀਲੀ ਮੈਂ 2-4 ਵਾਰੀ ਯੂਨੀਵਰਸਿਟੀ ਆਉਂਦੀ ਜਾਂਦੀ ਰਹੀ, ਵਾਈਸ ਚਾਂਸਲਰ ਆਫਿਸ ਵੀ, ਅਤੇ ਉਹਨਾਂ ਨੂੰ ਸੈਂਸਿਟਾਈਜ਼ ਵੀ ਕੀਤਾ ਅਤੇ ਉਹਦੇ ਅੰਡਰਸਟੂਡ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਪ੍ਰੋਬਲਮ ਹੈਗੀ ਹੈ। ਸੋ ਉਹਨਾਂ ਨੇ 23 ਲੱਖ ਰੁਪਏ ਬਜਟ ਪਾਸ ਕੀਤਾ ਐਂਡ ਪੰਜਾਬ ਯੂਨੀਵਰਸਿਟੀ 'ਚ 4 ਜਗ੍ਹਾ ਅਲੱਗ-ਅਲੱਗ ਜਗ੍ਹਾਵਾਂ 'ਚ ਵਾਸ਼ਰੂਮ ਬਣੇ। ਸਮਾਜ ਬਦਲੇ ਨਾ ਬਦਲੇ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਨਾ, ਕੌਨਫੀਡੈਂਸ ਆ ਗਿਆ, ਨੋਬਡੀ ਵਿਲ ਟੀਜ਼ ਯੂ। ਤੁਸੀਂ ਵੀ ਕਿਹਾ ਵੀ ਮੇਰੇ ਨਾਲ ਵੀ ਬਹੁਤ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਤਾਂ ਕੀ ਤੁਸੀਂ ਇਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ? ਜਦ ਤੱਕ ਮੈਂ ਆਪਣੇ ਆਪ ਨੂੰ ਪਹਿਚਾਨਿਆ ਨਹੀਂ ਸੀਗਾ, ਲਾਈਕ ਮੈਂ ਲੁਕ ਛਿਪ ਕੇ ਜ਼ਿੰਦਗੀ ਜਿੰਦੀ ਰਹੀ ਹੈ ਨਾ, ਉਹ ਉਸ ਟਾਈਮ ਤੱਕ ਤਾਂ ਲੋਕਾਂ ਨੇ ਬਹੁਤ ਮੇਰੇ ਨਾਲ ਪ੍ਰੋਬਲਮ ਕ੍ਰੀਏਟ ਕੀਤੀ। ਰੇਪ ਵੀ ਹੋਏ, ਗੈਂਗ ਰੇਪ ਹੋਏ ਐਂਡ 20 people they raped me in the isolated place and after rape they spit on me and they piss on me, मतलब उन्हें पेशाब करता। सो ये सब चीज़ां पुलिस को गई, पुलिस ने कोई एक्शन नहीं लिता। पुलिस कभी भी ਜਿਹੜੇ ਸਮਾਜ ਦੀ ਐਕਸੈਪਟੈਂਸ ਜਿਨ੍ਹਾਂ ਦੀ ਨਹੀਂ ਹੁੰਦੇ ਉਹਨਾਂ ਨੂੰ ਕੋਈ ਰਿਪੋਰਟਡ ਨਹੀਂ ਹੈ। ਸ਼ਾਇਦ ਮੈਂ ਗਲਤ ਜਗ੍ਹਾ ਚਲੇ ਗਈ ਜਾਂ ਫਿਰ ਮੈਨੂੰ ਥੋੜ੍ਹਾ ਸੋਚਣਾ ਚਾਹੀਦਾ, ਲੇਕਿਨ ਹਿਜੜਾ ਪੀਪਲ ਦੇ ਨੈਵਰ ਸਪੋਰਟਡ ਮੀ ਫॉर ਐਜੂਕੇਸ਼ਨ। ਉਹਨਾਂ ਨੇ ਕਿਹਾ ਵੀ ਸਾਡੇ ਇਹ, ਮੈਂ ਉਸ ਟਾਈਮ ਦੀ ਗੱਲ ਕਰ 2015 ਦੀ, ਹਾਂ ਅਸੀਂ ਪੈਦਾ ਇਸ ਵਾਸਤੇ ਦੁਆਵਾਂ ਦੇਣ ਵਾਸਤੇ, ਸਾਡੇ ਵਧਾਈ ਮੰਗਣ ਦਾ ਕੰਮ ਹੈ। ਇਹ ਸਭ ਚੀਜ਼ਾਂ ਠੀਕ ਨਹੀਂ ਸਮਾਜ ਵਿੱਚ, ਕੁਝ ਅਸੀਂ ਅਲੱਗ ਲੋਕ ਹਾਂ। ਮੈਂ ਕਿਹਾ ਨਹੀਂ ਇੱਦਾਂ ਕੁਛ ਨਹੀਂ ਹੈ। ਉਹ ਕਹਿੰਦੇ ਕਿ ਤੂੰ ਅਸੀਂ ਕਿਹੜਾ DC ਬਣ ਜਾਣਾ ਪੜ੍ਹ ਲਿਖ ਕੇ। ਮੈਂ ਕਿਹਾ ਬਣ ਵੀ ਸਕਦੇ। ਟੈਬੂ ਸੀਗੇ ਜਿਹੜੇ ਸਟੀਰੀਓਟਾਈਪਸ ਸੋਚ ਬਣੀ ਸੀਗੀ ਹਿਜੜਾ ਨੂੰ ਦੇਖ ਕੇ ਡਰ ਜਾਂਦੇ ਸੀ ਲੋਕ। ਬਹੁਤ ਸਾਰੇ ਆਫਿਸਰ ਦੇ ਮੈਂ ਜਦੋਂ ਆਫਿਸ 'ਚ ਜਾਂਦੀ ਉਹ ਡਰ ਜਾਂਦੇ ਸੀ, ਖੜ੍ਹੇ ਹੋ ਜਾਂਦੇ ਸੀ, ਆਫਿਸਰਸ ਖੜ੍ਹੇ ਹੋ ਜਾਂਦੇ ਸੀ। ਸੋ ਮੈਂ ਸਟੀਰੀਓਟਾਈਪ, ਮੈਂ ਕਿਹਾ ਆਈ ਐਮ ਅ ਸਟੂਡੈਂਟ, ਆਈ ਐਮ ਯੋਰ ਸਟੂਡੈਂਟ, ਜਸਟ ਬਿਹੇਵ ਲਾਈਕ ਅਦਰ ਪੀਪਲ। ਆਈ ਐਮ ਅ ਨॉर्मल पर्सन, जिस तरह बाकी स्टूडेंट हैं उसी तरह मेरे नाल भी बिहेवियर होना चाहिए। मैं कोई महंत नहीं है, मैं कोई बाबा नहीं है, आई एम लाइक अदर पीपल। शुरू से इन्होंने किसी ने, मैं सुनिया सी कि मेरे को मैसेज आया कि लोग ਤੁਹਾਨੂੰ स्टूडेंट्स कह रहे हैं कि ਹਿਜੜਾ ਨੂੰ ਤਾਂ ਐਡਮਿਸ਼ਨ नहीं मिलना चाहिए, नंगे हो जाते, तालियां बजाते हैं। सो ये बदतमीजियां करते हैं, है ना। इन्हों ਦੇ ਨਾਲ ਬਹੁਤ ਰੀਸੈਂਟਲੀ ਕਾਫੀ ਜਿਹੜੀਆਂ ਰਿਪੋਰਟ ਸਾਹਮਣੇ ਆਈਆਂ ਨੇ, ਕਿਉਂਕਿ ਇੱਥੇ ਮੋਹਾਲੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੇਸ ਹੋਇਆ ਸੀ, ਪਟਿਆਲਾ ਵੀ ਹੋਇਆ। ਹਾਂਜੀ, ਤਾਂ ਇਹ ਇੱਕ ਮਤਲਬ ਇਸ ਤਰ੍ਹਾਂ ਕਿਉਂ ਕਰਦੇ ਹਨ ਇਹ, ਵੀ ਇੱਦਾਂ ਦਾ ਕਿਉਂ ਆਕਰੋਸ਼ ਜਿਹੜਾ ਹੈਗਾ ਉਹ ਜਤਾਉਂਦੇ ਆ? ਰੈਵੋਲੂਸ਼ਨ 2-4 ਸਾਲਾਂ 'ਚ ਹੀ ਆਇਆ ਜਦੋਂ ਮੇਰੀ 2016 'ਚ ਐਡਮਿਸ਼ਨ ਹੋਈ। ਉਹ ਇਸ ਕਰਕੇ ਹੀ ਮੈਂ ਸਮਾਜ ਵਿੱਚ ਨਾਲ ਰਹੀ ਉਹਨਾਂ ਦੇ। स्टूडेंट्स कई लोग बोलते कि इन्होंने अलग यूनिवर्सिटीज़ होनी चाहिए, अलग कॉलेज होना, यूनिवर्सिटी कॉलेज स्कूल होना है। मैं कह नो, सानू असी नाल ही पढ़ना तुहाडे, जब तक नाल नहीं रहोगे तब तक समझ नहीं आएगी एक दूसरे में। सत श्री अकाल, तुसीं जुड़े हो सुरखाब TV ਦੇ ਨਾਲ ਤੇ ਮੈਂ ਹਾਂ ਆਕਾਂक्षा।
ਅੱਜ ਦੇ ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਧਨੰਜੇ ਚੌਹਾਨ, ਜੋ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਸਟੂਡੈਂਟ ਨੇ, ਤੇ ਇਹਨਾਂ ਨੇ ਕਿੰਨੀ ਸਟਰਗਲ ਕਰਕੇ ਆਪਣੀ ਐਡਮਿਸ਼ਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰਵਾਈ, ਤੇ ਉਦੋਂ ਇਲਾਵਾ ਬੀਇੰਗ ਅ ਟਰਾਂਸਜੈਂਡਰ ਇਹਨਾਂ ਨੂੰ ਕਿੰਨੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਸਹਿਣੀ ਪਈ, ਉਹਦੇ ਬਾਰੇ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਾਂਗੇ, ਕਿਉਂਕਿ ਬਹੁਤ ਸਟਰਗਲ ਭਰੀ ਹੋਈ ਇਹਨਾਂ ਦੀ ਕਹਾਣੀ ਹੈ। ਪਰ ਅੱਜ ਇਹਨਾਂ ਨੇ ਜੋ ਕਰਕੇ ਦਿਖਾਇਆ ਇੰਨੀ ਸਟਰਗਲ ਤੋਂ ਬਾਅਦ, ਫ੍ਰੀ ਐਜੂਕੇਸ਼ਨ ਫॉर ਟਰਾਂਸਜੈਂਡਰਸ, ਜਿਹੜੇ ਟਰਾਂਸਜੈਂਡਰ ਨੇ ਜਿਨ੍ਹਾਂ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਖੁਸਰਾ ਕਹਿ ਦਿੰਦੇ ਹਾਂ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਸ ਤੋਂ ਇਲਾਵਾ ਉਹਨਾਂ ਦੇ ਲਈ ਅਲੱਗ ਜਿਹੜੇ ਵਾਸ਼ਰੂਮਸ ਵੀ ਇਹਨਾਂ ਨੇ ਬਣਵਾਏ, ਤੇ ਹੋਰ ਵੀ ਬਹੁਤ ਕੁਝ ਆਪਣੀ ਕਮਿਊਨਿਟੀ ਦੇ ਲਈ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ। ਸਭ ਤੋਂ ਪਹਿਲੇ ਸੁਰਖਾਬ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇੰਟਰਵਿਊ ਲੈਣ ਵਾਸਤੇ ਤੁਸੀਂ ਆਏ, ਤੇ ਮੈਂ ਆਪਣੇ ਜਿਹੜੀ ਜ਼ਿੰਦਗੀ ਦੇ ਕੁਝ ਪਲ ਤੁਹਾਡੇ ਨਾਲ ਸ਼ੇਅਰ ਕਰਕੇ ਕਰਨ ਦਾ ਮਕਸਦ ਇਹੀ ਹੁੰਦਾ ਕਿ ਲੋਕ ਅਵੇਅਰ ਹੋਣ। ਸੋ ਆਈ ਡੋਂਟ ਨੀਡ ਐਨੀ ਸਿੰਪਥੀ, ਆਈ ਨੀਡ ਐਮਪੈਥੇਟਿਕਲ ਅਪਰੋਚ। ਮਤਲਬ ਸਿੰਪਥੀ ਔਰ ਐਮਪੈਥੀ ਜੇ ਦੋਨੋਂ 'ਚ ਫ਼ਰਕ ਹੈ। ਸੋ ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਦੁਨੀਆ ਨੂੰ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੀ ਕਿ ਸਾਰੇ ਇਕੁਅਲ ਨੇ, ਇਕੁਅਲ ਓਪਰਚੁਨਿਟੀਜ਼ ਦੇਣੀ ਚਾਹੀਦੀਆਂ, ਤਾਂ ਕਿ ਭੀਖ ਮੰਗਣ ਦਾ ਜਿਹੜਾ ਇੱਕ ਬੈਗਿੰਗ ਦਾ ਸਿਸਟਮ ਹੈ ਉਹ ਕਿਤੇ ਨਾ ਕਿਤੇ ਉਹਨੂੰ ਉਹਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਰੋਕਿਆ ਜਾਵੇ। ਸੋ ਸਾਡੀ ਕੁਦਰਤ ਨੇ ਸਾਨੂੰ ਹਮੇਸ਼ਾ ਇਹ ਸੰਕੇਤ ਦਿੱਤੇ ਹੈ ਕਿ ਜੇ ਇੱਥੇ ਜੀਵ ਜੰਤੂ ਹਨ ਔਰ ਪੁਰਸ਼ ਹਨ, ਔਰਤਾਂ ਹਨ, ਤਾਂ ਸਾਡੇ ਵਿੱਚ ਅਰਧਨਾਰੀਸ਼ਵਰ ਵੀ ਹਨ। ਅਰਧਨਾਰੀਸ਼ਵਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਟਰਾਂਸਜੈਂਡਰ ਕਹਿੰਦੇ ਹਾਂ, ਹਿਜੜਾ ਕਹਿੰਦੇ ਹਾਂ ਜਾਂ ਖੁਸਰਾ ਕਹਿੰਦੇ ਹਾਂ। ਪਰ ਇਹਨਾਂ ਦੇ ਨਾਲ ਬਹੁਤ ਵਿਤਕਰਾ ਸਾਡੀ ਸੁਸਾਇਟੀ ਦੇ ਵਿੱਚ ਕੁਝ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਧਨੰਜੇ ਚੌਹਾਨ ਜੀ ਦੀ ਜਿਹੜੀ ਕਹਾਣੀ ਹੈ ਉਹ ਬਹੁਤ ਇੰਸਪਾਇਰਿੰਗ ਹੈ, ਤੇ ਤੁਹਾਡੇ ਨਾਲ ਅੱਜ ਅਸੀਂ ਸ਼ੇਅਰ ਕਰ ਰਹੇ ਹਾਂ ਸਾਰੀਆਂ ਗੱਲਾਂ ਬਾਤਾਂ। ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੈ ਤੁਹਾਨੂੰ ਧਨੰਜੇ ਜੀ, ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਜਦੋਂ ਤੁਸੀਂ ਲਈ ਤਾਂ ਉਦੋਂ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ? ਐਡਮਿਸ਼ਨ ਲੈਣਾ ਇੰਨਾ ਆਸਾਨ ਨਹੀਂ ਸੀਗਾ, ਕਿਉਂਕਿ ਪੰਜਾਬ ਯੂਨੀਵਰਸਿਟੀ 'ਚ ਪਹਿਲੇ ਮੇਲ ਔਰ ਫੀਮੇਲ ਦੇ ਕਾਲਮ ਸੀਗੇ। ਹਾਲਾਂਕਿ ਮੇਰੀ ਐਜੂਕੇਸ਼ਨ ਪਹਿਲੇ ਜਦੋਂ ਇਨੀਸ਼ੀਅਲ ਐਜੂਕੇਸ਼ਨ ਹੈ ਗ੍ਰੈਜੂਏਸ਼ਨ ਮੈਂ ਪੰਜਾਬ ਯੂਨੀਵਰਸਿਟੀ ਤੋਂ ਹੀ ਕੀਤੀ ਹੈ ਮੇਲ ਆਈਡੈਂਟੀਟੀ ਵਿੱਚ, ਐਂਡ ਆਈ ਵਾਜ਼ ਟੋਪਰ ਆਫ ਦ ਯੂਨੀਵਰਸਿਟੀ ਇਨ 1993। ਸੋ ਉਸ ਤੋਂ ਬਾਅਦ ਮੈਂ ਐਮ ਏ 'ਚ ਵੀ ਐਡਮਿਸ਼ਨ ਲਿੱਤੀ 93 'ਚ, ਲੇਕਿਨ ਮੇਰੇ ਨਾਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋਇਆ ਅਤੇ ਰੈਗਿੰਗ ਹੋਈ, ਅਤੇ ਉਸ ਕਰਕੇ ਮੈਨੂੰ ਛੱਡਣਾ ਪਿਆ। 94 'ਚ ਮੇਰੇ ਜਦੋਂ ਐਡਮਿਸ਼ਨ ਲਾਅ ਵਿੱਚ ਹੋਈ ਦੁਬਾਰਾ ਇਵਨਿੰਗ 'ਚ, ਫਿਰ ਉੱਥੇ ਵੀ ਮੇਰੇ ਨਾਲ ਰੈਗਿੰਗ ਹੋਇਆ, ਤਾਂ ਉਸ ਕਰਕੇ ਵੀ ਮੈਨੂੰ ਛੱਡ ਐਜ਼ ਅ ਮੇਲ ਆਈਡੈਂਟੀਟੀ ਸੀ, ਲੇਕਿਨ ਉਹ ਸਿਰਫ ਕਾਗਜ਼ਾਂ 'ਚ ਮੇਲ ਸੀਗਾ। ਲੇਕਿਨ ਮੇਰਾ ਉੱਠਣਾ ਬੈਠਣਾ ਚੱਲਣਾ ਫਿਰਨਾ ਪੈਂਟ ਸ਼ਰਟ ਵਿੱਚ ਵੀ ਜਿਸ ਤਰ੍ਹਾਂ ਇੱਕ ਫੀਮੇਲ ਹੈ ਅਗਰ ਉਹ ਪੈਂਟ ਸ਼ਰਟ ਜਾਂ ਜੀਨਸ ਪਾ ਲੇ ਟੀ ਸ਼ਰਟ ਪਾ ਲੇ ਤਾਂ ਹਾਂ ਔਰਤਾਂ ਹੀ ਰਹਿੰਦੀ। ਸੋ ਲੋਕਾਂ ਨੂੰ ਲੱਗਦਾ ਸੀ, ਮੁੰਡੇ ਖਾਸ ਕਰਕੇ ਜਿਹੜੇ ਬॉयਜ਼ ਸੀਗੇ ਉਹਨਾਂ ਨੂੰ ਲੱਗਦਾ ਸੀ ਕਿ ਅਲੱਗ ਹੈ। ਅਲੱਗ ਹੋਣਾ ਬਹੁਤ ਅਜੀਬ ਮੰਨਿਆ ਜਾਂਦਾ ਸਮਾਜ ਵਿੱਚ। ਅਲੱਗ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਡਿਫਰੈਂਟ ਇਜ਼ ਨਾਟ ਰੋਂਗ, ਡਿਫਰੈਂਟ ਆਲਵੇਜ਼ ਯੂਨੀਕ। ਇਹ ਸਮਾਜ ਨੂੰ ਸਮਝ ਨਹੀਂ ਹੈ। ਸਮਝਣ ਵਾਸਤੇ ਪੜ੍ਹਨਾ ਜ਼ਰੂਰੀ ਹੈ, ਕਿਉਂਕਿ ਹੁਣ ਪੜ੍ਹਨਾ ਲਿਖਣਾ ਇਹ ਆਮ ਨਹੀਂ ਰਹਿ ਗਿਆ। ਪਹਿਲੇ ਲੋਕ ਪੜ੍ਹਦੇ ਲਿਖਦੇ ਸੀ, ਉਹਨੂੰ ਸਮਝਦੇ ਸੀ। ਹੁਣ ਸਭ ਲੋਕ ਜਿਹੜੇ ਪੜ੍ਹਨਾ ਲਿਖਣਾ ਹੈ ਉਹ ਸਿਰਫ ਅੱਛਾ ਬਿਜ਼ਨਸ, ਅੱਛੀ ਜੌਬ ਵਾਸਤੇ, ਅੱਛਾ ਸਟੇਟਸ ਵਾਸਤੇ ਕਰਦੇ हैं, अच्छा इंसान बनने वास्ते नहीं करते हैं। सो पंजाब यूनिवर्सिटी जो एडमिशन हो तो इन्ना आसान तो सीगा नहीं, एंड 2012 तक आंदे सारा कुछ मतलब लंबी स्टोरी है। मैं तो सिर्फ एडमिशन के बारे दस रही है जी। 2012 च असीं सारे ट्रांसजेंडर पढ़े लिखे ट्रांसजेंडर दिल्ली च इकट्ठा होए। ਉਹਦੇ ਵਿੱਚ ਮੇਰੀ ਗੁਰੂ ਲక్ష్ਮੀ ਨਾਰਾਇਣ ਤ੍ਰਿਪਾਠੀ ਆਚਾर्य ਮਹਾਮੰਡਲੇਸ਼ਵਰ ਕਿੰਨਰ ਅਖਾੜਾ ਉਹ ਵੀ ਸਾਡੇ ਆਗੂ ਬਣੇ, ਲੀਡਰਸ ਸੀਗੇ। ਐਂਡ ਮੈਂ ਵੀ ਚੰਡੀਗੜ੍ਹ ਤੋਂ ਪੰਜਾਬ ਹਰਿਆਣਾ ਤੋਂ ਇੱਥੋਂ ਰਿਪਰੈਜ਼ੈਂਟ ਕਰਕੇ 4-5 ਆਪਣੇ ਨਾਲ ਹੋਰ ਟਰਾਂਸਜੈਂਡਰ ਲੈ ਕੇ ਦਿੱਲੀ ਗਏ, ਅਤੇ ਅਸੀਂ ਸਾਰਿਆਂ ਨੇ ਮਿਲ ਕੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਜਿਹਨੂੰ ਅਸੀਂ ਨਾਲਸਾ ਕਹਿੰਦੇ ਲੀਗਲ ਸਰਵਿਸ, ਉਹਨਾਂ ਦੇ ਨਾਲ ਮਿਲ ਕੇ
ਇੱਕ PIL ਦਾਇਰ ਕੀਤੀ ਸੁਪਰੀਮ ਕੋਰਟ ਵਿੱਚ। ਯੈਸ 2012 ਵਿੱਚ ਦਾਇਰ ਕੀਤੀ। ਉਸ ਤੋਂ ਬਾਅਦ ਅਸੀਂ ਫਿਰ ਆਪਣੇ ਆਪਣੇ ਖੇਤਰਾਂ 'ਚ ਹੋਰ ਕੰਮ ਕਰਨ ਲੱਗੇ। ਮੈਂ ਚੰਡੀਗੜ੍ਹ ਆ ਕੇ ਆਪਣਾ ਹੋਰ ਕੰਮ ਐਜੂਕੇਸ਼ਨ ਨੂੰ, ਖਾਸ ਕਰ ਮੇਰਾ ਜਿਹੜਾ ਫੀਲਡ ਹੈ ਉਹ ਐਜੂਕੇਸ਼ਨ ਹੈ ਐਂਡ ਲਾਈਵਲੀਹੁੱਡ ਹੈ। ਐਜੂਕੇਸ਼ਨ ਤੋਂ ਬਾਅਦ ਜਦੋਂ ਅਸੀਂ ਪੜ੍ਹਦੇ ਹਾਂ ਫਿਰ ਸਾਡਾ ਦੂਸਰਾ ਮਕਸਦ ਹੁੰਦਾ ਜੌਬ। ਸੋ ਮੇਰਾ ਦੋਨੋਂ ਤੇ ਪਰ ਫੋਕਸ ਹੈ। ਤੇ 2013 ਵਿੱਚ ਮੈਂ ਪ੍ਰਾਈਡ ਆਰਗੇਨਾਈਜ਼ ਕੀਤੀ, ਗਰਵ ਉਤਸਵ, ਕਿ ਆਪਣੇ ਹੋਣ ਦਾ। ਅਸੀਂ ਕੋਈ ਵਿਚਿੱਤਰ ਇਨਸਾਨ ਨਹੀਂ ਹੈ। ਵੀ ਆਰ ਜਸਟ ਲਾਈਕ ਯੂ, ਵੀ ਆਰ ਵੈਰੀ ਮਚ ਨੋਰਮਲ ਪੀਪਲ, ਵੀ ਆਰ ਨਾਟ ਡਿਸਆਰਡਰ ਪੀਪਲ। ਅਸੀਂ ਸਭ ਕੁਝ ਸੇਮ ਉਸੇ ਤਰ੍ਹਾਂ ਕਰਦੇ ਜੋ ਤੁਸੀਂ ਕਰਦੇ ਹੋ, ਸਾਰੀ ਦੁਨੀਆ ਕਰਦੀ ਹੈ। ਅਸੀਂ ਕੋਈ ਅਨੋਖਾ ਕੁਝ ਨਹੀਂ ਕਰਦੇ। ਸੋ 2013 ਵਿੱਚ ਜਦੋਂ ਪ੍ਰਾਈਡ ਆਰਗੇਨਾਈਜ਼ ਕੀਤੀ, ਪੰਜਾਬ ਯੂਨੀਵਰਸਿਟੀ ਨੇ ਉਸ ਟਾਈਮ ਸਪੋਰਟ ਨਹੀਂ ਕੀਤਾ। ਪੰਜਾਬ ਯੂਨੀਵਰਸਿਟੀ ਨੇ ਕਹਾ, ਮੇਰੇ ਕੋਲ ਲੈਟਰ ਪਿਆ ਅਜੇ ਵੀ, ਕਿ ਉਹਨਾਂ ਨੇ ਲਿਖਿਆ ਸੱਚ ਕਾइंड ऑफ एक्टिविटी शुड नॉट अलाउड in educational institution. But I thought what we are doing here, we are doing nothing, we are just raising our human rights. ਯੂਨੀਵਰਸਿਟੀ ਕੀ ਚੀਜ਼ ਹੁੰਦੀ ਹੈ? ਯੂਨੀਵਰਸਿਟੀ ਅਸੀਂ ਪੜ੍ਹਦੇ ਹਾਂ, ਯੂਨੀਵਰਸਿਟੀ ਸੇ ਵੈਲਿਊਜ਼ ਸਿੱਖਦੇ ਹਾਂ, ਹਿਊਮਨ ਵੈਲਿਊਜ਼। ਅਸੀਂ ਬਹੁਤ ਤਰ੍ਹਾਂ ਦੀ ਸਟੱਡੀਜ਼ ਕਰਵਾਉਂਦੇ ਹਾਂ, ਰਿਸਰਚ ਕਰਵਾਉਂਦੇ ਹਾਂ। ਮੈਂ ਯੂਨੀਵਰਸਿਟੀ ਨੂੰ ਕਿਹਾ ਜਦੋਂ ਤੁਸੀਂ ਟਰਾਂਸਜੈਂਡਰ ਦੇ ਉੱਪਰ ਰਿਸਰਚ ਕਰਦੇ ਹੋ ਅਤੇ ਤੁਸੀਂ ਸਾਡੇ ਕੋਲ ਭੇਜਦੇ ਹੋ, ਉਸ ਟਾਈਮ ਤਾਂ ਕੋਈ ਸੱਚ ਕਾइंड ऑफ एक्टिविटीज़ नहीं लगती है, कोई बुरी चीज़ नहीं लगती है। लेकिन ਜਦੋਂ ਅਸੀਂ ਆਪਣੇ ਰਾਈਟਸ ਵਾਸਤੇ ਖੜੇ ਹੋਏ ਹਾਂ, ਐਂਡ ਯੂਨੀਵਰਸਿਟੀ ਇਜ਼ ਦ ਬੈਸਟ ਪਲੇਸ ਜਿੱਥੇ ਯੂਥ ਹੈ। ਵੀ ਆਰ ਲਰਨਿੰਗ। ਯੂਥ ਕੀ ਕਰਦਾ? ਲਰਨ ਕਰਦਾ, ਪੜ੍ਹ ਰਿਹਾ, ਨਵੀਂ ਚੀਜ਼ਾਂ, ਨਵੀਂ ਜੈਸੇ ਪਿੰਡਾਂ ਤੋਂ ਆਉਂਦੇ, ਰਿਮੋਟ ਏਰੀਆਜ਼ ਤੋਂ ਆਉਂਦੇ, ਅਸੀਂ ਕੋਈ ਨਵੀਂ ਜਗ੍ਹਾ ਆਉਂਦੇ ਹਾਂ। ਔਰ ਸਿੱਖਿਆ ਜਿਹੜਾ ਹੈ ਮੰਦਿਰ ਹੁੰਦਾ, ਉੱਥੇ ਅਸੀਂ ਨਵੀਂ ਗੁਰੂ ਦੇ ਸਾਹਮਣੇ ਸਿੱਖਿਆ ਲੈਂਦੇ। ਸੋ ਉਹ ਮੈਂ ਹੌਲੀ ਪਲੈਟਫਾਰਮ ਬਣਾਉਂਦੀ ਰਹੀ। 2014 'ਚ ਸੁਪਰੀਮ ਕੋਰਟ ਦੀ ਜਜਮੈਂਟ ਆਈ 15 ਅਪ੍ਰੈਲ 2014 'ਚ, ਐਂਡ ਸੁਪਰੀਮ ਕੋਰਟ ਰਿਕੋਗਨਾਈਜ਼ ਐਜ਼ ਥਰਡ ਜੈਂਡਰ ਟੂ, ਲਾਈਕ ਹੁਣ ਅਸੀਂ ਟਰਾਂਸਜੈਂਡਰ ਕਹਿੰਦੇ, ਥਰਡ ਜੈਂਡਰ ਰਿਕੋਗਨਾਈਜ਼ ਕੀਤਾ ਸੀ, ਸਟੈਬਲਿਸ਼ ਨਹੀਂ ਕੀਤਾ। ਕਿਉਂਕਿ ਆਲਰੇਡੀ ਵੇਦ 'ਚ, ਰਿਗਵੇਦ 'ਚ ਤ੍ਰਿਤੀय ਪ੍ਰਕਿਰਤੀ ਦਾ ਵਰਣਨ ਹੈ, ਥਰਡ ਨੇਚਰ ਦਾ। ਵੇਦ 'ਚ ਹੀ ਮੰਤਰ ਹੈ ਵਿਕ੍ਰਿਤੀ ਏਵਮ ਪ੍ਰਕਿਰਤੀ। ਜਿਹੜਾ ਵਿਕ੍ਰਿਤੀ ਹੈ ਉਹ ਵੀ ਪ੍ਰਕਿਰਤੀ ਦਾ ਹਿੱਸਾ ਹੈ। ਵਾਟ ਸੀਮਸ ਅਨਨੈਚੁਰਲ ਇਜ਼ ਆਲਸੋ ਨੈਚੁਰਲ। ਸੋ ਪੰਜਾਬ ਯੂਨੀਵਰਸਿਟੀ ਨੂੰ ਮੈਂ 2015 'ਚ ਰਿਕੁਐਸਟ ਕੀਤੀ ਕਿ ਤੁਸੀਂ ਥਰਡ ਜੈਂਡਰ ਹਰੇਕ ਐਡਮਿਸ਼ਨ ਫਾਰਮ 'ਚ ਐਡ ਕਰ ਲਓ, ਅਤੇ ਉਹਨਾਂ ਨੇ ਐਡ ਕੀਤੇ। ਨਾਲੇ ਮੈਂ ਆਪਣੇ ਸਾਰੇ ਮੇਲ ਵਾਲੇ ਆਈਡੈਂਟੀਟੀ, ਬਿਕੋਜ਼ ਸੁਪਰੀਮ ਕੋਰਟ ਦੀ ਜਜਮੈਂਟ ਸੀਗੀ, ਐਂਡ ਮੈਂ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਬੈਂਕ ਪਾਸਪੋਰਟ, ਸਾਰੇ ਆਪਣੇ ID ਪ੍ਰੂਫ ਟਰਾਂਸਜੈਂਡਰ 'ਚ ਕਨਵਰਟ ਕੀਤੇ, ਬਿਕੋਜ਼ ਸਾਨੂੰ ਆਈਡੈਂਟੀਟੀ ਮਿਲੀ ਸੀ ਫਸਟ ਟਾਈਮ। ਉਸ ਤੋਂ ਪਹਿਲੇ ਟਰਾਂਸਜੈਂਡਰ ਕੋਈ ਰਿਕੋਗਨਾਈਜ਼ ਨਹੀਂ ਕਰਦਾ ਸੀਗਾ। ਫਿਰ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੇਰਾ ਆਧਾਰ ਕਾਰਡ ਆਇਆ, ਐਂਡ ਆਫਟਰ ਲੌਂਗ ਟਾਈਮ, ਮੈਂ ਹੁਣ 50 ਈਅਰਸ ਦੀ ਹਾਂ। ਤੁਸੀਂ ਸੋਚੋ ਕਿ 6 ਸਾਲ ਪਹਿਲੇ, 44 ਸਾਲ ਦੀ ਉਮਰ ਵਿੱਚ ਮੈਨੂੰ ਆਪਣੀ ਪਹਿਚਾਨ, ਆਪਣੇ ਹੋਣ ਦਾ ਗਰਵ ਮਹਿਸੂਸ ਹੋਇਆ। ਸੋ ਬਹੁਤ ਸਮਾਂ ਲੱਗਿਆ ਇੰਨਾ। ਐਂਡ ਮੈਂ ਕਦੀ ਵੀ, ਮੈਂ ਚਾਹੁੰਦੀ ਮੈਂ ਬੈਗਿੰਗ 'ਚ ਚਲੀ ਜਾਂਦੀ, ਮੈਂ ਸੈਕਸ ਵਰਕ 'ਚ ਵੀ ਜਾ ਸਕਦੀ ਸੀਗੀ। ਬਹੁਤ ਸਾਰੇ ਰਸਤੇ ਸੀਗੇ ਜਿੱਥੇ ਈਜ਼ੀਲੀ ਆਈ ਕੈਨ ਅਰਨ ਐਂਡ ਆਈ ਕੁਡ ਬੀ ਰਿਚ ਪਰਸਨ। ਬਟ ਮੈਂ ਅਮੀਰ ਹੋਣ ਤੋਂ ਜ਼ਿਆਦਾ ਆਪਣੀ ਪਹਿਚਾਨ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ। ਸੋ ਜਦੋਂ ਮੈਂ ਕਿਹਾ ਕਿ ਨਹੀਂ, ਮੈਂ ਤਾਲੀ ਨਹੀਂ ਵਜਾਣੀ, ਮੈਂ ਤਾਲੀ ਵਜਵਾਉਣੀ ਹੈ। ਸੋ ਇਹ ਲੰਬਾ ਸੰਘਰਸ਼ ਹੈ। ਜਦੋਂ 94 'ਚ ਮੈਂ ਯੂਨੀਵਰਸਿਟੀ 'ਚ ਨਿਕਲ ਗਈ, ਮੈਨੂੰ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਗਿਆ, ਨਹੀਂ ਮਿਲਿਆ, ਜਾਂ ਮੈਨੂੰ ਲੱਗਿਆ ਕਿ ਨਹੀਂ ਇਹ ਮਾਹੌਲ ਨਹੀਂ ਹੈ। ਆਈ ਐਮ ਇਨ ਰਾਈਟ ਜੈਂਡਰ ਬਟ ਇਨ ਰੋਂਗ ਵਰਲਡ। ਸੋ ਮੈਂ ਬਿਲਕੁਲ ਪਰਫੈਕਟ ਹਾਂ, ਕੋਈ ਮੇਰੇ ਅੰਦਰ ਕੋਈ ਕਮੀ ਨਹੀਂ ਹੈ, ਬਿਲਕੁਲ ਰਾਈਟ ਜੈਂਡਰ ਹੈ ਜੋ ਕੁਦਰਤ ਨੇ ਮੈਨੂੰ ਦਿੱਤਾ ਹੈ। ਮੈਂ ਆਰਟੀਫਿਸ਼ੀਅਲ ਨਹੀਂ ਹੈ, ਬਿਕੋਜ਼ ਮੇਰਾ, ਕਿਉਂਕਿ ਦੁਨੀਆ ਨੂੰ ਬਹੁਤ ਕੁਝ ਪੜ੍ਹਨਾ ਪਏਗਾ। ਬਾਇਓਲੋਜੀਕਲੀ ਸੈਕਸ ਔਰ ਸਾਈਕੋਲੋਜੀਕਲ ਸੈਕਸ ਜਦੋਂ ਮਿਸਮੈਚ ਹੋ ਜਾਂਦਾ ਹੈ, ਉਸ ਟਾਈਮ ਅਸੀਂ ਆਪ ਨੂੰ ਡਿਫਰੈਂਟ ਫੀਲ ਕਰਦੇ ਹਾਂ। ਬਾਇਓਲੋਜੀਕਲ ਸੈਕਸ ਹੁੰਦਾ ਗਰਦਨ ਤੋਂ ਨੀਚੇ, ਐਂਡ ਸਾਈਕੋਲੋਜੀਕਲ ਸੈਕਸ ਹੁੰਦਾ ਬ੍ਰੇਨ। ਜਦੋਂ ਇਹ ਦੋਨੋਂ ਡਿਸਕਨੈਕਟ ਹੋ ਜਾਂਦੇ ਜਾਂ ਅਲੱਗ-ਅਲੱਗ ਕੰਮ ਕਰਦੇ हैं, ਲਾਈਕ ਸਪੋਜ਼ ਮੇਰਾ ਸਰੀਰ ਮੇਲ ਦਾ ਹੈ ਐਂਡ ਮੇਰਾ ਬ੍ਰੇਨ ਫੀਮੇਲ ਆਪਣੇ ਆਪ ਨੂੰ ਮਹਿਸੂਸ ਕਰਵਾ ਰਿਹਾ, ਜਾਂ ਫਿਰ ਮੇਰਾ ਬ੍ਰੇਨ ਆਪਣੇ ਆਪ ਨੂੰ ਫੀਮੇਲ ਮੰਨਦਾ ਔਰ ਮੇਰਾ ਮੇਲ ਮੰਨਦਾ ਔਰ ਮੇਰਾ ਬਾਡੀ ਫੀਮੇਲ ਦੀ ਹੈ। ਸੋ ਦੋਨਾਂ ਦਾ ਜਦੋਂ ਡਿਸਕਨੈਕਸ਼ਨ ਹੋ ਜਾਂਦਾ, ਫਿਰ ਉਸ ਟਾਈਮ ਟਰਾਂਸਫੋਰਮੇਸ਼ਨ ਨੂੰ ਮਤਲਬ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਉਸ ਤੋਂ ਸਰੀਰ ਤੋਂ ਅਲੱਗ ਮੰਨਦੇ ਹਾਂ। ਤਾਂ ਇਹ ਹੌਲੀ ਜਦੋਂ ਯੂਨੀਵਰਸਿਟੀ 'ਚ ਮੈਂ
ਅਵੇਅਰਨੈਸ ਕੀਤੀ ਹੈ। ਯੂਨੀਵਰਸਿਟੀ ਥੋੜ੍ਹੀ ਸੈਂਸਿਟਾਈਜ਼ ਹੋਈ, ਸਟੂਡੈਂਟਸ ਜਿਹੜੇ ਉਹ ਮੇਰੇ ਨਾਲ ਜੁੜਦੇ ਰਹੇ। ਹਿਊਮਨ ਰਾਈਟਸ ਹੋ ਗਿਆ, ਵੂਮਨ ਸਟੱਡੀ, ਸੋਸ਼ਲ ਵਰਕ, ਸੋਸ਼ੋਲੋਜੀ, ਸਾਈਕੋਲੋਜੀ, ਐਂਥਰੋਪੋਲੋਜੀ, ਲਾਅ, ਇਹ ਸਾਰੇ ਟਰਾਂਸ ਫਰੈਂਡਲੀ ਡਿਪਾਰਟਮੈਂਟਸ ਹੀ ਹੈ। ਬਿਕੋਜ਼ ਕਿਤੇ ਨਾ ਕਿਤੇ ਸਾਰੇ ਲੋਕ ਸਮਾਜ ਦੇ ਹਰ ਵਰਗ ਦੇ ਬਾਰੇ ਪੜ੍ਹਦੇ ਆ, ਠੀਕ ਹੈ ਨਾ। ਸੋ ਮੇਰੇ ਨਾਲ ਈਜ਼ੀ ਹੋ ਗਿਆ। ਐਂਡ 2015 'ਚ ਮੈਂ ਪੰਜਾਬ ਯੂਨੀਵਰਸਿਟੀ ਨੇ ਜਦੋਂ ਕਿਹਾ ਕਿ ਥਰਡ ਜੈਂਡਰ ਕਾਲਮ ਐਡ ਕਰੋ, ਔਰ UGC ਦੀ ਗਾਈਡਲਾਈਨ ਵੀ ਆ ਗਈ ਸੀ, ਫਿਰ ਥਰਡ ਜੈਂਡਰ ਕਾਲਮ ਐਡ ਹੋਇਆ। ਮੈਂ ਕਾਫੀ ਸਾਰੇ, ਮੈਂ ਆਪਣੇ ਬਾਰੇ ਫਿਰ ਵੀ ਨਹੀਂ ਸੋਚਿਆ ਪੜ੍ਹਨਾ। ਮੈਂ ਕਿਹਾ ਦੂਸਰਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਆਈ ਸ਼ੁੱਡ ਪ੍ਰਮੋਟ ਦ ਐਜੂਕੇਸ਼ਨ ਅਮੰਗ ਟਰਾਂਸਜੈਂਡਰ ਪੀਪਲ। ਲੇਕਿਨ ਇਹ ਜਿਹੜਾ ਡੇਰਿਆਂ 'ਚ ਗਈ ਮੈਂ, ਸ਼ਾਇਦ ਮੈਂ ਗਲਤ ਜਗ੍ਹਾ ਚਲੇ ਗਈ ਜਾਂ ਫਿਰ ਮੈਨੂੰ ਥੋੜ੍ਹਾ ਸੋਚਣਾ ਚਾਹੀਦਾ। ਲੇਕਿਨ ਹਿਜੜਾ ਪੀਪਲ ਦੇ ਨੈਵਰ ਸਪੋਰਟਡ ਮੀ ਫॉर ਐਜੂਕੇਸ਼ਨ। ਉਹਨਾਂ ਨੇ ਕਿਹਾ ਵੀ ਸਾਡੇ ਇਹ, ਮੈਂ ਉਸ ਟਾਈਮ ਦੀ ਗੱਲ ਕਰ 2015 ਦੀ, ਰੋਟੀ ਵੀ ਸਾਡਾ ਕੀਤਾ ਹੈ। ਹਾਂ, ਅਸੀਂ ਪੈਦਾ ਇਸ ਵਾਸਤੇ ਦੁਆਵਾਂ ਦੇਣ ਵਾਸਤੇ, ਸਾਡੇ ਵਧਾਈ ਮੰਗਣ ਦਾ ਕੰਮ ਹੈ। ਇਹ ਸਭ ਚੀਜ਼ਾਂ ਠੀਕ ਨਹੀਂ ਸਮਾਜ ਵਿੱਚ, ਕੁਝ ਅਸੀਂ ਅਲੱਗ ਲੋਕ ਹਾਂ। ਮੈਂ ਕਿਹਾ ਨਹੀਂ, ਇੱਦਾਂ ਕੁਛ ਨਹੀਂ ਹੈ। ਉਹ ਕਹਿੰਦੇ ਕਿ ਤੂੰ, ਅਸੀਂ ਕਿਹੜਾ DC ਬਣ ਜਾਣਾ पढ़ लिख के। मैं क्या बन भी सकते हैं, हर कोई इंसान DC की में IAS ऑफिसर बन जाएंगे और प्राइम मिनिस्टर भी बन सकते हैं, राष्ट्रपति भी बन सकते हैं। कोशिश तो करनी पैंदी है ना। सो वो मैं बहुत कोशिश की थी लेकिन किसी का सपोर्ट नहीं मिले। फिर मैं एक दिन बैठी बैठी सोचती रही कि धनंजय ये अपॉर्चुनिटी है, दरवाज़ा तो तेनों ही खोलना पैना। सो मैं फिर पंजाब यूनिवर्सिटी से 2016 च एडमिशन लीती एंड एक तरह का मैं दरवाज़ा खोलते जिस एजुकेशन वास्ते, बाकी अपने वास्ते, हाँ अपने वास्ते नहीं, बाकियां वास्ते, ताकि लोग शायद इस करके भी सोचते सी कि शायद मैं असी एडमिशन लाँगे उत्थे बुलिंग होएगी, हैरासमेंट होएगा, सानू छक्का, हिजड़ा, खुसरा, टैंपू, मामू, हलवा कुछ भी बोलणगे लोग, साडे नाल मार पिटाई करनगे। सो इस करके भी शायद उन्होंने डर सीगा। सो मैं वो डर कड्ढण वास्ते खुद एडमिशन लीती। तो एंड ये नहीं कि मेरे नाल भी बहुत नॉर्मल बिहेवियर होया, नहीं, बहुत स्ट्रगल करना पिया, बट आई वॉज वेरी स्ट्रोंग एंड आई एम वेरी स्टबन। मतलब बहुत ढीठ हाँ मैं। सो मैं खड़ी रही, मैनू कोई भी कुछ भी बोलता सी। सो मैं उस समय, क्योंकि मेरा समय नहीं सीगा उस टाइम, एंड जदों समय नहीं होंदा उस टाइम सुनना पैंदा, एंड उस समय की वेट करनी पैंदी जदों तुसी स्ट्रोंग हो जाते हैं। एंड स्ट्रोंग क्यों किवें होंदे हैं? अपनी पढ़ाई नाल अपने आप को प्रूव करके कि यस आई एम मोर दैन यू। तुसी मैनू इन्ना समझा सी, मैं इस तो ज़्यादा हाँ। आई वॉज टॉपर ऑफ द यूनिवर्सिटी 93, बट मैं किन्ने साल 20-25 साल बाद जो दोबारा एडमिशन लेती, फिर भी मैनू प्रूव करना पाया कि आई एम बैटर दैन यू। सो मैं एडमिशन लेती एंड क्लास जो एडमिशन लेती, इन्ना आसान नहीं सी क्लास से, सारे अनजान लोग एंड आई वॉज इन आइसोलेटेड। मतलब जिन्ना मैं बिल्कुल क्लास अकेली बैठी सी, बट टीचर मेरे बहुत सपोर्टिव सी, बिकॉज टीचर्स मैंने ऑलरेडी जानते सी। बिकॉज मैं उत्थे बहुत सारे प्रोग्राम पहले कर चुकी थी ह्यूमन राइट्स से, फॉर इक्वालिटी, फॉर LGBTIQ, ट्रांसजेंडर कम्यूनिटी, हिजड़ा पीपल वास्ते काफ़ी सारे सैमीनार, वर्कशॉप, फिल्म फेस्टिवल भी करवाया सी। जो मेरी चेयरपर्सन आई, उन्होंने कहा कि डॉक्टर सुरंजीत कौर प्रोफेसर हैं, सो उन्होंने कहा कि धनंजय, खाक भी बनना तो सोने की बनना, ठीक है ना, और चूल्हे की खाक बन के कोई फ़ायदा नहीं, उड़ जाओगे, तुम्हें बहुत स्ट्रगल करना पड़ेगा, बहुत मेहनत करनी पड़ेगी, बट हारना मत, खाक बनना तो सोने की। तो ऐसी मुझे हिम्मत मिली। एंड फिर उस तो बाद जब दूसरे टीचर आए, डॉक्टर नमिता गुप्ता जी, वो भी हुन करंटली वो चेयरपर्सन है सेंटर फॉर ह्यूमन राइट्स एंड ड्यूटीज़ पंजाब यूनिवर्सिटी। उन्होंने भी कहा, धनंजय नाउ माई क्लास इज़ कंप्लीट, कि मैं हजे तक पढ़ाती आई सिर्फ मेल और फीमेल, लेकिन इट इज़ फर्स्ट टाइम जो मैं थर्ड जेंडर को पढ़ा रही हैं। सो मेरी क्लास कंप्लीट है। तो मैंने बहुत खुशी हुई कि देखो मोटिवेशन जो उपरों शाबाशी मिलती है, जो ਤੁਹਾਡੇ पीठ थपथपाई जाती है तो ਤੁਹਾਨੂੰ हिम्मत में, हाँ मोराल हाई हो जाता। यस। सो फिर मैं अपना कहते ना कि ज्ञान का दंड होंदा ना, जिहड़ा एक लाठी होंदी, वो लैके अपने बस वो पताका लेके अगे बढ़ती गई। और यूनिवर्सिटी च काफ़ी सारे चीज़ां हौली हौली हौली, वॉशरूम की प्रॉब्लम हुई, मैं मुंडिया के वॉशरूम च जाने की कोशिश की, उत्थे हसते सी मुंडे,
ਫੀਮੇਲ ਦੀ ਵਾਸ਼ਰੂਮ ਜੇ ਉੱਥੇ ਉਹ ਸਾਰੇ ਬਾਹਰ ਆ ਜਾਂਦੇ ਸੀ ਮੈਨੂੰ ਦੇਖਦੇ ਹੀ। ਫਿਰ ਬਹੁਤ ਜ਼ਿਆਦਾ ਡਿਫਿਕਲਟੀਜ਼ ਹੋਈਆਂ। ਮੈਂ ਵਾਈਸ ਚਾਂਸਲਰ ਨੂੰ ਲੈਟਰ ਲਿਖਿਆ ਕਿ ਆਈ ਨੀਡ ਅ ਸੈਪਰੇਟ ਵਾਸ਼ਰੂਮ, ਕਿਉਂਕਿ ਸੁਪਰੀਮ ਕੋਰਟ ਦੀ ਵੀ ਡਾਇਰੈਕਸ਼ਨ ਸੀਗੀ। ਅਤੇ ਲੱਕੀਲੀ ਮੈਂ 2-4 ਵਾਰੀ ਯੂਨੀਵਰਸਿਟੀ ਆਉਂਦੀ ਜਾਂਦੀ ਰਹੀ, ਵਾਈਸ ਚਾਂਸਲਰ ਆਫਿਸ ਵੀ, ਅਤੇ ਉਹਨਾਂ ਨੂੰ ਸੈਂਸਿਟਾਈਜ਼ ਵੀ ਕੀਤਾ ਅਤੇ ਦੇ ਅੰਡਰਸਟੂਡ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਪ੍ਰੋਬਲਮ ਹੈਗੀ ਹੈ। ਸੋ ਉਹਨਾਂ ਨੇ 23 ਲੱਖ ਰੁਪਏ ਬਜਟ ਪਾਸ ਕੀਤਾ ਐਂਡ ਪੰਜਾਬ ਯੂਨੀਵਰਸਿਟੀ 'ਚ 4 ਜਗ੍ਹਾ ਅਲੱਗ-ਅਲੱਗ ਜਗ੍ਹਾਵਾਂ 'ਚ ਵਾਸ਼ਰੂਮ ਬਣੇ। ਅਤੇ ਸਟੂਡੈਂਟ ਸੈਂਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸਾਨੂੰ, ਕਿਉਂਕਿ ਉਹ ਕਾਮਨ ਪਲੇਸ ਸੀਗਾ। ਹਾਲਾਂਕਿ ਕਿਤੇ ਨਾ ਕਿਤੇ ਡਿਪਾਰਟਮੈਂਟਸ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ 'ਚ ਫਰੈਂਡਲੀ ਹੋ ਜਾਂਦੇ ਸਟੂਡੈਂਟ, ਨਾਲ ਪੜ੍ਹਦੇ ਅਤੇ ਫਰੈਂਡਲੀ ਹੋ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਲੇਕਿਨ ਸਟੂਡੈਂਟ ਸੈਂਟਰ 'ਚ ਬਹੁਤ ਸਾਰੇ ਸਟੂਡੈਂਟ ਆਉਂਦੇ ਹੈ ਅਨਨੋਨ, ਸੋ ਉੱਥੇ ਜ਼ਿਆਦਾ ਪ੍ਰੋਬਲਮ ਸੀ। ਪਬਲਿਕ ਪਲੇਸਿਸ 'ਚ ਵਾਸ਼ਰੂਮ ਸੈਪਰੇਟ ਹੋਣਾ ਜ਼ਰੂਰੀ ਸੀ। ਬਣਿਆ ਅਤੇ ਫਿਰ ਬਹੁਤ ਜ਼ਿਆਦਾ ਫਸਟ ਅਚੀਵਮੈਂਟ ਇਹ ਸੀਗੀ। ਫਿਰ ਐਂਟੀ ਡਿਸਕ੍ਰਿਮੀਨੇਸ਼ਨ ਸੈੱਲ ਬਣਿਆ ਕਿ ਸਾਡੇ ਨਾਲ ਕੋਈ ਵੀ ਬਦਤਮੀਜ਼ੀ ਹਰੈਸਮੈਂਟ ਹੁੰਦੀ ਹੈ ਉਹਦਾ ਇੱਕ ਅਲੱਗ ਸੈੱਲ ਹੋਣਾ ਚਾਹੀਦਾ, ਉਹ ਬਣਿਆ। ਫਿਰ ਫੀਸ ਮਾਫੀ ਦੀ ਮੈਂ ਕੋਸ਼ਿਸ਼ ਕਰਦੀ, ਹਾਲਾਂਕਿ ਮੈਂ ਸਾਰੀ ਫੀਸ ਦਿੱਤੀ ਹੈ, ਲੇਕਿਨ ਮੇਰੀ ਫੀਸ 1 ਲੱਖ ਦੇ ਕਰੀਬ ਗਈ। ਔਰ ਯੂਨੀਵਰਸਿਟੀ ਕਾਫੀ ਸਪੋਰਟਿਵ ਸੀ, ਇੱਦਾਂ ਨਹੀਂ ਕਿ ਸਪੋਰਟਿਵ ਇਸ ਲਈ ਸੀ ਕਿ ਮੈਂ ਬਾਰ-ਬਾਰ ਹਰ ਜਗ੍ਹਾ ਬੜੀ ਹੰਬਲੀ, ਕਿਉਂਕਿ ਜੋ ਟੈਬੂ ਸੀਗੇ, ਜਿਹੜੇ ਸਟੀਰੀਓਟਾਈਪਸ ਸੋਚ ਬਣੀ ਸੀਗੀ ਹਿਜੜਾਂ ਨੂੰ ਦੇਖ ਕੇ ਡਰ ਜਾਂਦੇ ਸੀ ਲੋਕ। ਬਹੁਤ ਸਾਰੇ ਆਫਿਸਰ ਦੇ ਮੈਂ ਜਦੋਂ ਆਫਿਸ 'ਚ ਜਾਂਦੀ ਉਹ ਡਰ ਜਾਂਦੇ ਸੀ, ਖੜ੍ਹੇ ਹੋ ਜਾਂਦੇ ਸੀ, ਆਫਿਸਰਸ ਖੜ੍ਹੇ ਹੋ ਜਾਂਦੇ ਸੀ। ਸੋ ਮੈਂ ਸਟੀਰੀਓਟਾਈਪ, ਮੈਂ ਕਿਹਾ ਆਈ ਐਮ ਅ ਸਟੂਡੈਂਟ, ਆਈ ਐਮ ਯੋਰ ਸਟੂਡੈਂਟ, ਜਸਟ ਬਿਹੇਵ ਲਾਈਕ ਅਦਰ ਪੀਪਲ ਨਾ, ਆਈ ਐਮ ਅ ਨੋਰਮਲ ਪਰਸਨ, ਜਿਸ ਤਰ੍ਹਾਂ ਬਾਕੀ ਸਟੂਡੈਂਟ ਹੈ ਉਸੇ ਤਰ੍ਹਾਂ ਮੇਰੇ ਨਾਲ ਵੀ ਬਿਹੇਵੀਅਰ ਹੋਣਾ ਚਾਹੀਦਾ। ਮੈਂ ਕੋਈ ਮਹੰਤ ਨਹੀਂ ਹਾਂ, ਮੈਂ ਕੋਈ ਬਾਬਾ ਨਹੀਂ ਹਾਂ, ਆਈ ਐਮ ਲਾਈਕ ਅਦਰ ਪੀਪਲ, ਠੀਕ ਹੈ, ਮੈਂ ਬਾਕੀਆਂ ਤਰ੍ਹਾਂ ਹੀ ਹਾਂ। ਸੋ ਮੈਂ ਨਾ ਵੈਸੇ ਮੈਂ ਪਰਸਨਲ ਮੈਂ ਨਾ ਤਾਂ ਬਾਬਾ ਬਣਨਾ ਚਾਹੁੰਦੀ ਹਾਂ, ਨਾ ਹੀ ਮੈਂ ਨਿਚਲਾ ਦਰਜੇ ਦੇ ਕੋਈ ਇਨਸਾਨ ਮੈਂ ਇਕੁਅਲ ਹੀ ਰਹਿਣਾ ਚਾਹੁੰਦਾ ਬਾਕੀਆਂ ਦੀ ਤਰ੍ਹਾਂ। ਧਰਮ ਮੇਰਾ ਆਪਣਾ ਹੈਗਾ, ਉਹ ਮੈਂ ਪਰਸਨਲ ਮੇਰੇ ਰੂਮ ਦੇ ਅੰਦਰ ਮੈਂ ਜੋ ਜਿਸ ਮਰਜ਼ੀ ਦੀ ਪੂਜਾ ਕਰਾਂ, ਕਿਸੇ ਦੇ ਵੀ ਜੋ ਵੀ ਮੇਰਾ ਇਸ਼ਟ ਦੇਵਤਾ ਹੈ ਉਹ ਮੈਂ ਕਿਸੇ ਦੀ ਵੀ ਕਰਾਂ, ਲੇਕਿਨ ਉਹ ਮੇਰੀ ਪਰਸਨਲ ਹੈ, ਉਹਦੇ ਕਰਕੇ ਮੈਂ ਬਾਬਾ ਨਹੀਂ ਹੋ ਜਾਂਦੀ। ਹਾਂ, ਬਾਕੀ ਦੂਸਰੀ ਗੱਲਾਂ ਅਗਰ ਕੋਈ ਕਿਸੇ ਦੀ ਆਸਥਾ ਹੈ ਕਿ ਕੋਈ ਸੋਚਦਾ ਕਿ ਰਿਸਪੈਕਟ ਦਿੰਦਾ ਹੈ, ਅਸੀਂ ਉਹਨੂੰ ਵੀ ਰਿਸੀਵ ਕਰ ਲੈਂਦੇ ਹਾਂ। ਅਗਰ ਰਿਸਪੈਕਟ ਦੇਣਾ ਜ਼ਰੂਰੀ ਹੈ, ਹਰੇਕ ਨੂੰ ਦੇਣਾ ਚਾਹੀਦਾ, ਮਾਂ ਬਾਪ ਨੂੰ ਵੀ, ਗੁਰੂਜਨ ਨੂੰ ਵੀ, ਅਗਰ ਉਹ ਕਿੰਨਰ ਨੂੰ ਵੀ ਦਿੰਦੇ ਹੈ, ਕਿਉਂਕਿ ਇਹ ਪਰੰਪਰਾ ਰਹੀ ਹੈ। ਅਗਰ ਕੋਈ ਰਿਸਪੈਕਟ ਕਰਦਾ ਉਹਨੂੰ ਰਿਸੀਵ ਕਰਨਾ ਚਾਹੀਦਾ ਤਹੇ ਦਿਲ ਨਾਲ, ਐਂਡ ਕੋਈ ਆਸ਼ੀਰਵਾਦ ਵੀ ਲੈਣਾ ਚਾਹੁੰਦਾ ਤਾਂ ਵੀ ਕੋਈ ਫ਼ਰਕ ਨਹੀਂ ਪੈਂਦਾ। ਮਾਈ ਬਲੈਸਿੰਗ ਇਜ਼ ਆਲਵੇਜ਼ ਫ੍ਰੀ, ਮੈਂ ਉਹਦਾ ਕੋਈ ਬਿਜ਼ਨਸ ਥੋੜ੍ਹੀ ਕਰਦੇ ਹਾਂ, ਬਿਜ਼ਨਸ ਬਲੈਸਿੰਗਸ ਕਦੀ ਬਿਜ਼ਨਸ ਨਹੀਂ ਹੁੰਦੀਆਂ। ਇਹ ਸਾਡੀ ਪਰੰਪਰਾਵਾਂ ਹੈਗੀਆਂ ਹਜ਼ਾਰਾਂ ਸਾਲਾਂ ਤੋਂ, ਜਿਹੜੀ ਸਨਾਤਨ ਪਰੰਪਰਾਵਾਂ ਐਂਡ ਕਿੰਨਰ ਦੀ ਜਿਹੜੀ ਪਰੰਪਰਾ ਹੈ ਆਸ਼ੀਰਵਾਦ ਦੀ, ਸੋ ਉਹ ਚੱਲਦੀ ਰਹਿਣੀ ਚਾਹੀਦੀਆਂ। ਮੈਂ ਉਹਨਾਂ ਨੂੰ ਬੁਰੀ ਵੀ ਨਹੀਂ ਮੰਨਦੀ। ਮੰਦਿਰ, ਮਸਜਿਦ, ਗੁਰਦੁਆਰੇ, ਗਿਰਜਾ ਘਰ ਹੈਗੇ ਅਤੇ ਇਸੇ ਤਰ੍ਹਾਂ ਕਿੰਨਰ ਪਰੰਪਰਾ ਹੈਗੀ, ਉਹ ਪਰੰਪਰਾ ਚੱਲਦੀ ਰਹਿਣੀ। ਫਿਰ ਯੂਨੀਵਰਸਿਟੀ 'ਚ ਹੌਲੀ ਐਕਸੈਪਟੈਂਸ ਆਈ, ਐਂਡ ਜਦੋਂ ਮੈਂ ਮੀਲ ਦੇ ਪੱਥਰ ਹਾਂ ਉਹ ਬਣਾਉਣੇ ਸ਼ੁਰੂ ਕੀਤੇ, ਐਗਜ਼ਾਮਪਲ ਸੈੱਟ ਕੀਤੀ, ਲੋਕਾਂ ਨੂੰ ਲੱਗਿਆ ਨਹੀਂ। ਸ਼ੁਰੂ ਮੈਨੂੰ ਸੈਕਸ ਵਰਕਰ ਵੀ ਕਿਹਾ, ਸ਼ੁਰੂ 'ਚ ਇਹਨਾਂ ਨੇ ਕਿਸੇ ਨੇ, ਮੈਂ ਸੁਣਿਆ ਸੀ ਕਿ ਮੇਰੇ ਕੋਲ ਮੈਸੇਜ ਆਇਆ ਕਿ ਲੋਕ ਤੁਹਾਨੂੰ ਸਟੂਡੈਂਟਸ ਕਹਿ ਰਹੇ ਕਿ ਹਿਜੜਾਂ ਨੂੰ ਤਾਂ ਐਡਮਿਸ਼ਨ ਨਹੀਂ ਮਿਲਣਾ ਚਾਹੀਦਾ, ਨੰਗੇ ਹੋ ਜਾਂਦੇ, ਤਾਲੀਆਂ ਵਜਾਉਂਦੇ ਹੈ, ਸੋ ਇਹ ਬਦਤਮੀਜ਼ੀਆਂ ਕਰਦੇ ਹੈ, ਹੈ ਨਾ, ਇਹਨਾਂ ਦੇ ਨਾਲ ਬਹੁਤ ਰੀਸੈਂਟਲੀ ਕਾਫੀ ਜਿਹੜੀਆਂ ਰਿਪੋਰਟ ਸਾਹਮਣੇ ਆਈਆਂ ਨੇ, ਕਿਉਂਕਿ ਇੱਥੇ ਮੋਹਾਲੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੇਸ ਹੋਇਆ ਸੀ, ਪਟਿਆਲਾ ਵੀ ਹੋਇਆ। ਹਾਂਜੀ, ਤਾਂ ਇਹ ਮਤਲਬ ਇਸ ਤਰ੍ਹਾਂ ਕਿਉਂ ਕਰਦੇ ਹਨ ਇਹ, ਵੀ ਇੱਦਾਂ ਦਾ ਕਿਉਂ ਆਕਰੋਸ਼ ਜਿਹੜਾ ਹੈਗਾ ਉਹ ਜਤਾਉਂਦੇ ਆ? ਸੋ ਉਹ ਫਿਰ ਜਦੋਂ ਮਾਈਂਡ ਸੈਟ ਬਣਿਆ ਹੁੰਦਾ ਨਾ ਲੋਕਾਂ ਦਾ, ਉਹ ਸਿਰਫ ਹਿਜੜੀਆ ਕਮਿਊਨਿਟੀ ਜਾਂ ਟਰਾਂਸਜੈਂਡਰ ਕਮਿਊਨਿਟੀ 'ਚ ਨਹੀਂ, ਉਹ ਆਮ ਲੋਕਾਂ 'ਚ ਵੀ, ਤੁਸੀਂ ਆਮ ਲੋਕਾਂ ਦੀ ਵੀਡੀਓਜ਼ ਕੱਢਦੇ ਆ ਜਦੋਂ, ਅਤੇ ਇਹ ਬਦਤਮੀਜ਼ੀਆਂ ਉੱਥੇ ਵੀ ਹੁੰਦੀਆਂ ਰੋਡ 'ਤੇ, ਬਹੁਤ ਵਾਇਲੈਂਸ, ਮਤਲਬ ਬਹੁਤ ਜ਼ਿਆਦਾ ਅਤਿਆਚਾਰ, ਇਹ ਸਭ ਸਿਰਫ ਟਰਾਂਸਜੈਂਡਰ ਦੀ, ਕਿਉਂਕਿ ਉਹ ਮਤਲਬ ਉਹਨਾਂ ਦੀ मेजोरिटी घट है या उन्होंने जनसंख्या घट है, तो बहुत लाइम और हर जो कोई डिफरेंट चीज़ है उन लोग देखना चाहते हैं, तो वो हाईलाइट ज़्यादा होता है। नो डाउट कि ट्रांसजेंडर कम्यूनिटी आपस में बहुत लड़ती है, और इस करके लड़ती शायद इलाकों करके, उन्होंने हिजड़ा जो परंपरा उन्होंने इलाके होंगे मंगन के बधाई वाले इलाके, उहदे करके भी काफ़ी लड़ाइयाँ झगड़े होंगे हैं। हालांकि वो नहीं होने चाहिए, कम्यूनिटी साड़ी छोटी जी है,
ਅਗਰ ਆਪੀ ਆਪਸ 'ਚ ਇੱਦਾਂ ਦੇ ਲੜਦੇ ਰਹੋਗੇ ਤਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਮਾਨਸਿਕਤਾ ਹੈ ਉਹ ਸਾਡੇ ਪ੍ਰਤੀ ਨੈਗੇਟਿਵ ਰਹੇਗੀ। ਅਸੀਂ ਬਹੁਤ ਜਹਿਦ ਸਾਡੇ ਵਰਗੇ ਲੋਕ ਜਿਹੜੇ ਪੜ੍ਹੇ ਲਿਖੇ ਹੈ ਉਹ ਬਹੁਤ ਜਹਿਦ ਕਰ ਰਹੇ ਆ ਸਮਾਜ ਵਿੱਚ ਆਪਣੇ ਸਥਾਨ ਬਣਾਉਣ ਵਾਸਤੇ। ਲੇਕਿਨ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਵੀਡੀਓਜ਼ ਜੇ ਲੜਾਈ ਝਗੜੇ ਦੀ ਆਉਂਦੀਆਂ ਫਿਰ ਉਹਦੇ ਨਾਲ ਸਾਨੂੰ ਜਿਹੜਾ ਸਾਡੇ ਕੰਮ ਹੈ ਉਹਨੂੰ ਧੱਕਾ ਲੱਗਦਾ, ਉਹਨੂੰ ਠੇਸ ਪਹੁੰਚਦੀ ਹੈ। ਸਵਾਲ ਮੇਰਾ ਹੋ ਗਿਆ ਤੁਸੀਂ ਜਦੋਂ ਸਾਰਾ ਇਹ ਰਾਈਟਸ ਤੁਸੀਂ ਖੁਦ ਲਏ, ਹਿਊਮਨ ਰਾਈਟਸ ਨੇ ਤੁਹਾਡੇ ਇਹ, ਤਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕਿੰਨੇ ਸਟੂਡੈਂਟਸ ਨੇ ਟਰਾਂਸਜੈਂਡਰ? 2016 'ਚ ਜਦੋਂ ਮੇਰੀ ਐਡਮਿਸ਼ਨ ਹੋਈ ਉਸ ਟਾਈਮ ਤਾਂ ਮੈਂ ਇਕੱਲੀ ਸੀਗੀ, ਲੇਕਿਨ ਦੂਸਰੇ ਸਾਲ ਜਦੋਂ ਮੈਂ ਸਾਰਾ ਵਾਤਾਵਰਨ ਵਧੀਆ ਬਣਾ ਦਿੱਤਾ ਅਤੇ ਬਾਕੀ ਟਰਾਂਸਜੈਂਡਰ ਨੂੰ ਮੈਂ ਪ੍ਰਮੋਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਮੈਸੇਜ ਪਾਏ ਗਰੁੱਪਾਂ 'ਚ। ਸੋ 2017 'ਚ ਫਿਰ 5 ਸਟੂਡੈਂਟਸ ਆ ਗਏ ਸੀਗੇ। ਉਹਨਾਂ ਨੇ ਵੀ ਪੂਰੀ ਆਪਣੀ ਐਜੂਕੇਸ਼ਨ ਕੀਤੀ 2 ਸਾਲ ਤੱਕ। ਐਂਡ ਇੱਕ ਫੈਸ਼ਨ 'ਚ ਸੀਗੀ, ਇੱਕ ਵੂਮਨ ਸਟੱਡੀ, ਇੱਕ ਹਿੰਦੀ ਡਿਪਾਰਟਮੈਂਟ 'ਚ, ਇੱਕ ਫਿਲੋਸਫੀ 'ਚ ਸੀਗੇ, ਲਾਅ 'ਚ ਵੀ ਸੀਗੇ। ਸੋ ਆਈ ਵਾਜ਼ ਇਨ ਹਿਊਮਨ ਰਾਈਟਸ ਡਿਪਾਰਟਮੈਂਟ। ਬਾਕੀ ਕਮਿਊਨਿਟੀ ਵੀ ਜਿਹੜੇ ਛੁਪ ਕੇ ਪੜ੍ਹ ਰਹੀ ਸੀਗੀ, ਆਪਣੀ ਆਈਡੀ 'ਚ ਛੁਪਾ ਕੇ, ਉਹ ਵੀ ਉਹਨਾਂ ਨੂੰ ਵੀ ਸੇਫ ਮਹਿਸੂਸ ਹੋਣਾ ਸ਼ੁਰੂ ਹੋਇਆ। ਸੋ ਦੇ ਕਮ ਆਊਟ ਐਂਡ ਉਹਨਾਂ ਬਾਹਰ ਆਏ, ਆਪਣੀ ਆਈਡੈਂਟੀਟੀ ਸੈਲੀਬ੍ਰੇਟ ਕੀਤਾ। ਮੈਂ ਪੜ੍ਹਾਈ ਤਾਂ ਸਾਰੀ ਜ਼ਿੰਦਗੀ ਕੀਤੀ ਹੈ, ਮੈਂ ਕਦੀ ਵੀ ਐਜੂਕੇਸ਼ਨ ਕਦੀ ਵੀ ਨਹੀਂ ਛੱਡੀ, ਚਾਹੇ ਸੈਲਫ ਸਟੱਡੀ ਹੋ, ਚਾਹੇ ਮੈਂ ਡਿਪਲੋਮਾ ਕੀਤੇ ਕੰਪਿਊਟਰ ਸਾਇੰਸ 'ਚ, ਫਰੈਂਚ 'ਚ, ਰਸ਼ੀਅਨ ਲੈਂਗੁਏਜ 'ਚ, ਡਾਂਸ ਵੀ ਸਿੱਖਦੀ, ਮਿਊਜ਼ਿਕ ਵੀ ਸਿੱਖਦੀ ਰਹੀ, ਬਹੁਤ ਸਾਰੀ ਆਪਣੀ ਖੁਦ ਵੀ ਪੜ੍ਹਾਈ ਕਰਦੀ ਰਹੀ, ਸੈਲਫ ਸਟੱਡੀ ਵੀ। ਅਤੇ ਉਹਦੇ ਨਾਲ ਨਾ ਇੰਨਾ ਕ੍ਰਾਂਤੀ, ਇੰਨਾ ਰੈਵੋਲੂਸ਼ਨ ਨਹੀਂ ਆਇਆ। ਰੈਵੋਲੂਸ਼ਨ 2-4 ਸਾਲਾਂ 'ਚ ਹੀ ਆਇਆ ਜਦੋਂ ਮੇਰੀ 2016 'ਚ ਐਡਮਿਸ਼ਨ ਹੋਈ। ਉਹ ਇਸ ਕਰਕੇ ਹੀ ਮੈਂ ਸਮਾਜ ਵਿੱਚ ਨਾਲ ਰਹੀ ਉਹਨਾਂ ਦੇ। ਸਟੂਡੈਂਟਸ ਕਈ ਲੋਕ ਬੋਲਦੇ ਕਿ ਇਹਨਾਂ ਨੂੰ ਅਲੱਗ ਯੂਨੀਵਰਸਿਟੀਜ਼ ਹੋਣੀ ਚਾਹੀਦੀਆਂ, ਅਲੱਗ ਕਾਲਜ ਹੋਣਾ, ਯੂਨੀਵਰਸਿਟੀ ਕਾਲਜ ਸਕੂਲ ਹੋਣਾ। ਮੈਂ ਕਿਹਾ ਨੋ, ਅਸੀਂ ਨਾਲ ਹੀ ਪੜ੍ਹਨਾ ਤੁਹਾਡੇ। ਜਦ ਤੱਕ ਨਾਲ ਨਹੀਂ ਰਹੋਗੇ ਤਦ ਤੱਕ ਸਮਝ ਨਹੀਂ ਆਏਗੀ ਇੱਕ ਦੂਸਰੇ ਨੂੰ, ਠੀਕ ਹੈ ਨਾ। ਸੋ ਕੁਝ ਚੀਜ਼ਾਂ ਅਲੱਗ ਹੁੰਦੀਆਂ, ਜਿਸ ਤਰ੍ਹਾਂ ਵਾਸ਼ਰੂਮ ਹੋ ਗਿਆ ਜਾਂ ਹੌਸਟਲ ਹੋ ਗਏ, ਇਹ ਅਲੱਗ ਹੋ ਜਾਏ, ਬਾਕੀ ਚੀਜ਼ਾਂ ਅਸੀਂ ਇਕੱਠੇ ਹੀ ਯੂਜ਼ ਕਰਦੇ ਸਾਰੇ। ਸੋ ਇਹ ਸਭ ਚੀਜ਼ਾਂ ਇੱਕ ਡਿਵੈਲਪਮੈਂਟ ਹੁੰਦੀ ਰਹਿੰਦੀ ਹੌਲੀ। ਔਰ ਸਮਾਜ ਵਿੱਚ ਜਦੋਂ ਇਕੁਅਲੀ ਲੋਕ ਸੋਚਣਾ ਸ਼ੁਰੂ ਕਰਦੇ ਹੈ, ਔਰ ਉਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ, ਕੋਈ ਦੂਸਰਾ ਨਹੀਂ ਆਏਗਾ। ਬਦਲਾਅ ਵਾਸਤੇ ਕੋਈ ਇਨਸਾਨ, ਜਦੋਂ ਅਸੀਂ ਨਦੀ ਕਿਨਾਰੇ ਬਹਿੰਦੇ ਹਾਂ ਔਰ ਨਦੀ ਨੂੰ ਟੱਪਣਾ ਚਾਹੁੰਦੇ ਹਾਂ, ਅਤੇ ਨਦੀ ਟੱਪਣ ਵਾਸਤੇ ਵੀ ਤਾਂ ਅਸੀਂ ਛਲਾਂਗ ਲਾਉਂਗੇ ਨਾ, ਕੋਈ ਹੋਰ ਤਾਂ ਨਹੀਂ ਛਲਾਂਗ ਲਗਾਏਗਾ। ਸੋ ਛਲਾਂਗ ਤਾਂ ਸਾਨੂੰ ਹੀ ਲਗਾਉਣੀ ਹੈ, ਔਰ ਬਦਲਾਅ ਵੀ ਸਾਨੂੰ ਲਿਆਉਣਾ ਹੈ, ਕੋਈ ਦੂਸਰਾ ਇਨਸਾਨ ਨਹੀਂ ਲਿਆਏ। ਔਰ ਬਦਲਾਅ ਸਭ ਤੋਂ ਪਹਿਲੇ ਆਪਣੇ ਅੰਦਰ ਹੋਏਗਾ, ਕਿ ਆਪਣੇ ਆਪ ਨੂੰ ਪਹਿਚਾਨਣਾ ਕਿ ਮੈਂ ਕੌਣ ਹੂੰ, ਔਰ ਉਸ ਤੋਂ ਬਾਅਦ ਪਹਿਚਾਨਣ ਤੋਂ ਬਾਅਦ ਮੇਰਾ ਰਸਤਾ ਕਿਹੜਾ ਹੈ। ਮੇਰਾ ਰਸਤਾ ਪ੍ਰੋਗਰੈਸਿਵ ਹੈ, ਡਿਵੈਲਪਮੈਂਟ ਵਾਲਾ ਹੈ। ਮੈਂ ਸਮਾਜ ਵਿੱਚ ਰਹਿਣਾ, ਸਮਾਜ ਦੇ ਤੌਰ ਤਰੀਕੇ ਨਾਲ ਰਹਿਣਾ, ਸਮਾਜ ਦੀ ਹਰ ਚੀਜ਼ ਜਿਸ ਤਰ੍ਹਾਂ ਬਾਕੀ ਲੋਕ ਕਰੇ ਸੇਮ ਇਕੁਅਲੀ ਉਸੇ ਤਰ੍ਹਾਂ ਕਰਨਾ ਹੈ। ਸੋ ਪੀਪਲ ਵਿਲ ਐਕਸੈਪਟ। ਮੈਨੂੰ ਐਕਸੈਪਟੈਂਸ ਹੋਈ ਕਾਫੀ ਸਾਰੀ, ਇੱਦਾਂ ਨਹੀਂ ਕਿ ਮੇਰੇ ਵਾਸਤੇ ਕੋਈ ਐਕਸੈਪਟੈਂਸ। ਲੇਕਿਨ ਬਾਕੀ ਵਾਸਤੇ ਵੀ ਮੈਂ ਇਹ ਕਹੂੰਗੀ ਕਿ ਅਸੀਂ ਨਾਰਮਲੀ ਜਿਸ ਤਰ੍ਹਾਂ ਸਮਾਜ ਵਿੱਚ ਲੋਕ ਰਹਿ ਰਹੇ ਹਾਂ ਉਸੇ ਤਰ੍ਹਾਂ ਰਹਿਣਾ ਚਾਹੀਦਾ, ਉਸੇ ਤਰ੍ਹਾਂ। ਅੱਜ ਜਿੱਦਾਂ ਤੁਸੀਂ ਇੰਨਾ ਰਾਈਜ਼ ਕੀਤਾ ਹੈ, ਤਾਂ ਜਿਹੜੇ ਟਰਾਂਸਜੈਂਡਰਸ ਨੇ ਅੱਜ ਅਸੀਂ ਦੇਖ ਸਕਦੇ ਹਾਂ ਉਹ ਅੱਛੀ ਪੋਜੀਸ਼ਨਸ 'ਤੇ ਵੀ ਨੇ, ਕੋਈ ਲਾਇਰ ਹੈ, ਕੋਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਡਾਕਟਰਸ ਵੀ ਨੇ। ਤਾਂ ਅੱਜ ਤੁਸੀਂ ਕਿੰਨਾ ਕੁ ਫ਼ਰਕ ਮਹਿਸੂਸ ਕਰਦੇ ਹੋ ਕਿ ਕੋਈ ਸੁਸਾਇਟੀ ਦੇ ਵਿੱਚ ਕੋਈ ਤੁਹਾਨੂੰ ਫ਼ਰਕ ਲੱਗਿਆ ਵੀ ਲੋਕ ਜਿਹੜੇ ਹੈਗੇ ਹੈ ਉਹ ਹੁਣ ਡਿਸਕ੍ਰਿਮੀਨੇਸ਼ਨ ਘੱਟ ਕਰ ਰਹੇ ਨੇ, ਜਾਂ ਕੁਝ ਇੱਦਾਂ ਦਾ ਤੁਹਾਨੂੰ ਲੱਗਿਆ, ਜਾਂ ਹਜੇ ਵੀ ਉੱਥੇ ਹੀ ਖੜੀ ਹੈ ਲੋਕਾਂ ਦੀ ਜਿਹੜੀ ਸੋਚ ਹੈ? ਦੇਖੋ, ਸਮਾਜ ਨਾ ਬਦਲੇ ਨਾ ਬਦਲੇ, ਮੈਂ ਪਹਿਲੇ ਵੀ ਕਿਹਾ ਸਮਾਜ ਬਦਲੇ ਨਾ ਬਦਲੇ, ਅਬ ਇਨਸਾਨ ਨੂੰ ਖੁਦ ਨੂੰ ਬਦਲ ਲੈਣਾ ਚਾਹੀਦਾ, ਠੀਕ ਹੈ ਨਾ। ਤੁਸੀਂ ਹਿਊਮਨ ਐਵੋਲਿਊਸ਼ਨ ਪੜ੍ਹਦੇ ਹੋ, ਸਾਰੇ ਜੀਵ ਸੇ ਪਾਣੀ 'ਚ ਰਹਿੰਦੇ ਸੀਗੇ, ਜਦੋਂ ਉਸ ਧਰਤੀ 'ਚ ਆਏ ਹਰ ਇੱਕ ਨੇ ਆਪਣੇ ਆਪਣੇ ਹਿਸਾਬ ਨਾਲ ਆਪਣੇ ਅੰਗਾਂ ਨੂੰ ਬਦਲ ਦਿੱਤਾ, ਠੀਕ ਹੈ ਨਾ। ਇਨਸਾਨ ਦੀ ਵੀ ਪੁੱਛ ਸੀਗੀ, ਲੇਕਿਨ ਅਸੀਂ ਡਾਰਵਿਨ ਦਾ ਸਿਧਾਂਤ ਪੜ੍ਹਦੇ ਹਾਂ ਨਾ ਕਿ ਜੋ ਚੀਜ਼ ਨਹੀਂ ਚਾਹੀਦੀ ਉਹ ਖਤਮ ਹੋ ਜਾਂਦੀ, ਵਿਲੁਪਤ ਹੋ ਜਾਂਦੀ, ਨਈ ਚੀਜ਼ ਕ੍ਰੀਏਟ ਹੋ ਜਾਂਦੀ ਜੋ ਸਾਨੂੰ ਜ਼ਰੂਰਤ ਹੈ। ਘਰ 'ਚ ਵੀ ਕੋਈ ਸਮਾਨ ਦੀ ਜ਼ਰੂਰਤ ਹੈ, ਅਸੀਂ ਨਵਾਂ ਲੈ ਕੇ ਆਉਂਦੇ, ਪੁਰਾਣੀ ਸੁੱਟ ਦਿੰਦੇ। ਸੋ ਇਨਸਾਨ ਵੀ ਇਸੇ ਤਰ੍ਹਾਂ, ਜੋ ਸਾਨੂੰ ਲੱਗਦਾ ਕਿ ਅਸੀਂ ਬਦਲਾਵ ਚਾਹੁੰਦੇ ਹਾਂ, ਅਤੇ ਸਭ ਤੋਂ ਪਹਿਲੇ ਬਦਲਾਵ ਆਪਣੇ ਆਪ ਦੇ ਅੰਦਰ ਦੇ ਹੋਣਾ ਚਾਹੀਦਾ। ਸਮਾਜ ਬਦਲੇ ਨਾ ਬਦਲੇ ਕੋਈ ਫ਼ਰਕ ਨਹੀਂ ਪੈਂਦਾ, ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਨਾ, ਕੌਨਫੀਡੈਂਸ ਆ ਗਿਆ, ਨੋਬਡੀ ਵਿਲ ਟੀਜ਼ ਯੂ। ਮੈਂ ਸਾਰੀ ਦੁਨੀਆ ਘੁੰਮਦੀ ਹਾਂ, ਯੂਰਪ ਵੀ ਗਈ ਮੈਂ, ਇੰਡੀਆ 'ਚ ਕਾਫੀ ਜਗ੍ਹਾ ਘੁੰਮਦੀ ਫਿਰਦੀ ਰਹੀ ਹਾਂ, ਲੇਕਿਨ
ਮੈਨੂੰ ਕਦੀ ਪ੍ਰੋਬਲਮ ਨਹੀਂ ਆਈ ਹੁਣ, ਕਿਉਂਕਿ ਮੈਂ ਬਹੁਤ ਬੋਲਡ ਤਰੀਕੇ ਨਾਲ ਚੱਲਦੀ ਉੱਠਦੀ ਬੈਠਦੀ ਹਾਂ। ਕਿਸੇ ਨੂੰ ਫ਼ਰਕ ਨਹੀਂ, ਮਤਲਬ ਮੈਨੂੰ ਫ਼ਰਕ ਨਹੀਂ ਪਿਆ, ਕੋਈ ਮੇਰੇ ਤਰਫ ਦੇਖ ਰਿਹਾ ਤੇ ਮੈਨੂੰ ਲੱਗਦਾ ਕਿ ਆਈ ਐਮ ਸੈਲੀਬ੍ਰਿਟੀ। ਠੀਕ ਹੈ, ਆਈ ਫੀਲ ਲਾਈਕ ਦੈਟ ਆਈ ਐਮ ਸੈਲੀਬ੍ਰਿਟੀ। ਐਂਡ ਬੇਸ਼ੱਕ ਸੋਚ ਆਪਣੇ ਆਪ ਨੂੰ ਲਾਈਕ ਸ਼ੇਰ ਹੁੰਦਾ ਨਾ ਜਾਂ ਬਿੱਲੀ ਹੁੰਦੀ, ਉਹ ਤੁਸੀਂ ਦੇਖ ਧਿਆਨ ਨਾਲ, ਕੋਈ ਕੁੱਤਾ ਆਉਂਦਾ ਉਹਨੂੰ ਬਿੱਲੀ ਸੋਚਦੀ ਮੈਂ ਛੋਟੀ ਹਾਂ, ਲੇਕਿਨ ਜਦੋਂ ਆਪਣੇ ਬਾਲ ਨੂੰ ਬਿਖੇਰ ਦਿੰਦੀ ਖੜੀ ਹੁੰਦੀ ਆਉਂਦੀ ਆਪਣੇ ਰੂਪ 'ਚ, ਉਹ ਫਿਰ ਕੁੱਤਾ ਵੀ ਡਰ ਜਾਂਦਾ ਵੀ ਛੋਟਾ ਛੋਟਾ ਜਾਨਵਰ ਨੂੰ ਦੇਖ ਕੇ ਵੱਡਾ ਜਿਹਾ ਵੱਡਾ ਜਾਨਵਰ ਵੀ ਡਰ ਜਾਂਦਾ। ਉਹਨੂੰ ਆਪਣੇ ਅੰਦਰ ਕੌਨਫੀਡੈਂਸ ਹੁੰਦਾ ਹੈ ਕਿ ਮੈਂ ਇਸ ਨੂੰ ਬੇਸ਼ੱਕ ਹਰਾਵਾਂ ਨਾ ਹਰਾਵਾਂ, ਲੇਕਿਨ ਇੱਕ ਦਮ ਖਮ ਹੈਗਾ ਮੇਰੇ ਅੰਦਰ। ਉਹ ਮੇਰੇ ਅੰਦਰ ਸੀਗਾ ਕਿ ਨੋ, ਆਈ ਵਿਲ ਵਾਕ ਲਾਈਕ ਅ ਸੁਪਰ ਵੂਮਨ। ਹੈਗਾ ਮੈਂ ਸੁਪਰ ਵੂਮਨ, ਉਸੇ ਤਰ੍ਹਾਂ ਚੱਲਣਾ ਫਿਰਨਾ ਉੱਠਣਾ ਬੈਠਣਾ। ਸੋ ਲੋਕਾਂ ਨੂੰ ਹਿੰਮਤ ਨਹੀਂ ਪੈਂਦੀ ਕਿ ਤੁਹਾਡੇ ਵੱਲ ਉਹ ਅੰਗਲੀ ਵੀ ਲੋਕ ਗੌਸਿਪ ਕਰਦੇ ਹੈ, ਕਾਨਾਫੂਸੀਆਂ ਕਰਦੇ ਹੈ, ਲੇਕਿਨ ਜਦੋਂ ਤੁਸੀਂ ਉਹਨਾਂ ਦੇ ਵੱਲ ਦੇਖਦੇ ਹੋ ਇੱਕਦਮ ਸਿੱਧੇ ਹੋ ਜਾਂਦੇ ਬਿਕੋਜ਼ ਦੇ ਆਰ ਸਟ੍ਰੇਟ ਹੈ ਨਾ। ਐਂਡ ਉਹ ਸਟ੍ਰੇਟ ਕੈਨ ਬੀ ਲਾਈਨ ਕੈਨ ਬੀ ਸਟ੍ਰੇਟ, ਹਿਊਮਨ ਆਰ ऑलवेज ਜਿਹੜੇ ਹੁੰਦੇ ਨਾ ਅਸੀਂ ਟੇਢੇ ਹੀ ਹਾਂ, और जो टेढ़ा होता है वो फल देता है ना, सीधा कभी फल नहीं देता है। सो जब तक अपने आप को हम लोग पहचानेंगे नहीं, दुनिया कभी भी ਤੁਹਾਨੂੰ एक्सेप्ट नहीं करेगी। ठीक है ना। और ये बहुत सारी एग्जाम्पल्स हैं, बहुत सारी दुनिया पर जब तक ਅਸੀਂ ਆਪਣੇ ਆਪ ਨੂੰ ਐਨਲਾਈਟਨ ਨਹੀਂ ਹੁੰਦੇ। ਗੌਤਮ ਬੁੱਧਾ ਜਦ ਤੱਕ ਰਾਜਾ ਸੀਗਾ ਤਦ ਤੱਕ ਰਾਜਾ ਸੀਗਾ, ਜਦੋਂ ਉਹਨਾਂ ਨੇ ਉਹ ਘਰ ਛੱਡ ਕੇ ਚਲੇ ਗਏ, ਉਹਨਾਂ ਦੇ ਅੰਦਰ ਐਨਲਾਈਟਨਮੈਂਟ ਹੋਈ, ਉਹਨਾਂ ਅੰਦਰ ਇੱਕ ਜੋਤ ਜਗੀ ਗਿਆਨ ਦੀ। ठीक है ना। फिर उन्होंने सारी दुनिया पहचानती है। सो इस तरह खुद ਨੂੰ पहचानो, ਉਸ ਤੋਂ ਬਾਅਦ ਲੋਕ ਉੱਦਾਂ ਹੀ ਰਹਿਣਗੇ, ਡਿਸਕ੍ਰਿਮੀਨੇਸ਼ਨ ਚੱਲਦਾ ਰਹੇਗਾ। ਦੁਨੀਆ ਕਦੀ ਵੀ ਡਿਸਕ੍ਰਿਮੀਨੇਸ਼ਨ, ਲੜਕੀਆਂ ਜੌਬ ਕਰਦੀਆਂ तो क्या डिस्क्रिमिनेशन बंद हो गया? नहीं, वुमेंस हजे भी उसी तरह की ज़िंदगी जो पहले सी है। लेकिन बदलाव किया है, बदलाव अपने आप को पहचान लिया, उन्होंने जॉब की, पढ़ाई लिखाई अप्रूव करते हैं कि वी आर बेटर दैन, वी आर नॉट लेस दैन एनी वन, है ना। बेटर होए ना हो, बट वी आर नॉट लेस दैन एनी वन, असी वी आर इक्वली। सो लोग फिर भी बोलते हैं कोई चक्कर नहीं। लोग कुड़ियां नूं कई बारी बहुत सारी चीज़ां होंदियां, कोई बलात्कार ये वो महिलावां के खिलाफ, ट्रांसजेंडर के खिलाफ तो बहुत ज़्यादा बलात्कार होंदे हैं, लेकिन वो रिपोर्टेड नहीं है ना, क्योंकि लॉ नहीं सीगा। एंड उन्होंने मखौल करते लोग, उन्होंने हासा मजाक करते, कोई केस ही रजिस्टर नहीं करता। बट आई थिंक ਤੁਹਾਡੇ ਮੈਂ ਇੱਕ ਇੰਟਰਵਿਊ ਸੁਣ ਰਹੀ ਸੀ, ਮੈਂ ਦੇਖ ਰਹੀ ਸੀਗੀ ਤੁਹਾਡਾ, ਤਾਂ ਉਹਦੇ ਵਿੱਚ ਤੁਸੀਂ ਵੀ ਕਿਹਾ ਵੀ ਮੇਰੇ ਨਾਲ ਵੀ ਬਹੁਤ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਤਾਂ ਕੀ ਤੁਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ? मैं वही गल करी भी, जब तक मैं अपने आप ने पहचाना नहीं सीगा, लाइक मैं लुक छिप के ज़िंदगी जींदी रही है ना, वो उस टाइम तक तो लोगों ने बहुत मेरे नाल प्रॉब्लम क्रिएट की। रेप भी हुए, गैंग रेप हुए, एंड the 20 people they raped me in the isolated place, and after rape they spit on me and they piss on me, मतलब उन्हें पेशाब करता है। सो ये सब चीज़ा पुलिस को गई, पुलिस ने कोई एक्शन नहीं लिता। पुलिस कभी भी ਜਿਹੜੇ समाज में एक्सेप्टेंस जिन्हों की नहीं होंगे उन्होंने कोई रिपोर्टेड नहीं है, वो कभी भी रिपोर्ट नहीं करते हैं। हजे भी असी बहुत सारे केसेस मेरे को हैगे हैं जो पुलिस नहीं सुनती हैं बिल्कुल भी। हजे एक करनाल का केस हैगा, एक ट्रांसजेंडर वो स्कूल चला रही है, ठीक है ना, बच्चों को पढ़ाने की पूरी कोशिश करे, वो अपना स्कूल स्टैबलिश करने की कोशिश कर रही है करनाल सिटी च, लेकिन आस पास के लोग उन्होंने इन्ना हरासमेंट कर रहे हैं। पालतू जानवर होते कुत्ते बिल्लियाँ इदा सूअर वो स्कूल छड़ देंगे, सो बच्चे भज जाते हैं। सो वो किन्ना प्रॉब्लम। फिर पुलिस को गए, हर IAS ऑफिसर को ह्यूमन राइट्स से चली गई, लेकिन कुछ नहीं हुआ अज तक, कोई एक्शन नहीं हो रहा। नो, बिकॉज वो मेजोरिटी च घट है। सो ह्यूमन राइट्स की कहता, ह्यूमन राइट्स एक इंसान का भी ह्यूमन राइट्स है, एक इंसान का भी ह्यूमन राइट्स है। एंड हर जो मेजोरिटी अपने ह्यूमन राइट्स की बड़ी परवाह करती है, बट दे ऑलवेज फॉरगेट ड्यूटीज़। असी अपनी ड्यूटीज़ भूल जाते हैं। साढ़े फंडामेंटल राइट्स के नाल ना दूसरी जगह दूसरा चैप्टर होंदा ड्यूटीज़ का, असी वो भूल जाते हैं। सारे कुछ चिल्लाते हैं कि ह्यूमन राइट्स साढ़े ह्यूमन राइट्स साढ़े ह्यूमन, लेकिन ड्यूटीज़ के बारे कोई गल नहीं करता। मेरा ह्यूमन राइट्स इज़ योर ड्यूटी,
to protect my human rights. The, your human rights to it is my duty to protect your human rights. तो एक दूसरे ਦੀ ਅਸੀਂ ਜਦ ਕਦਰ ਕਰਾਂਗੇ, ਮੇਰੀ ਡਿਊਟੀ ਤੁਹਾਨੂੰ ਰਿਸਪੈਕਟ ਕਰਨਾ, ਤੁਹਾਡੀ ਡਿਊਟੀ ਮੇਰੀ ਰਿਸਪੈਕਟ ਕਰਨਾ, ਮੇਰੇ ਵੈਲਿਊਜ਼ ਦੀ। ਸੋ ਇਹ ਇੱਕ ਦੂਸਰੇ ਦੇ ਹੁੰਦੀ। ਇਹ ਸਭ ਚੀਜ਼ਾਂ ਅਸੀਂ ਕਰਦੇ ਵੀ ਹਾਂ। ਕੋਈ ਕੇਸ ਰਜਿਸਟਰਡ ਨਹੀਂ ਹੁੰਦਾ, ਪੁਲਿਸ ਸੁਣਦੀ ਨਹੀਂ, ਸਮਾਜ ਦੇ ਲੋਕ ਵੀ ਸਾਡੇ ਨਾਲ ਨਹੀਂ ਖੜੇ ਹੁੰਦੇ। ਐਂਡ ਜਦੋਂ ਇਕੱਲੇ ਰਹਿ ਜਾਂਦੇ, ਇੱਕ ਅੱਜ ਸਵੇਰੇ ਵੀ ਮੇਰੇ ਨਾਲ ਇੱਕ ਹੋਰ ਕੇਸ ਆਇਆ, ਅੱਜ ਹੀ ਸਵੇਰੇ। ਸੋ ਉਹਦੇ ਨਾਲ ਬਾਕੀ ਲੋਕ ਹੌਸਟਲ ਵਿੱਚ ਉਹਦੇ ਨਾਲ ਬਦਤਮੀਜ਼ੀ ਕਰ ਰਹੇ, ਟਰਾਂਸਵੂਮਨ ਤੋਂ ਉਹਨੂੰ ਰੰਡੀ ਬੋਲ ਰਹੇ, ਉਹਨੂੰ ਬਹੁਤ ਗੰਦਾ ਬੋਲ ਰਹੇ। ਸੋ ਉਹ ਕਹਿੰਦੀ ਮੈਂ ਕੀ ਕਰਾਂ, ਮੈਂ ਮੈਜੋਰਟੀ ਮੇਰੇ ਨਾਲ ਨਹੀਂ ਹੈ, ਉਹ ਸਾਰੇ ਇੱਕ ਪਾਸੇ ਹੋ ਗਏ ਲੋਕ। ਐਂਡ ਮੈਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਇੱਥੋਂ ਦੀ ਹੌਸਟਲ 'ਚੋਂ। ਸੋ ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਬੱਚੇ मैं कुछ नहीं कर सकती, समाज भेड़िया है। बस यही सलाह दूंगी, जस्ट शट योर आइज़, ईयर्स, कान बंद कर लो, अपनी अक्खा बंद कर लो एंड कंसंट्रेट योर फोकस ऑन योर गोल। कुछ बन जा, क्योंकि जब तक तू कुछ नहीं बनेगी तब तक ये इदा ही चलता रहेगा। बन गई तो हो सकता तू बंद कर देगी ये सब चीज़ां, उन्होंने मूँह बंद कर देगी। लेकिन जब तू हार गई, इतों छड़ के चलेगी तो वो तो होर करते रहणगे, दूसरे नाल करनगे। सो फोकस ऑन योर गोल, जो तेरे ऑब्जेक्टिव्स हैं उहदे नो बडी केयर, कोई किसी की परवाह नहीं करता है। ये इंसान मैं पहले भी कहा कि जब तक असी अपने आप में खड़े बेखौफ बुलंद तरीके नाल अक्खां से अक्खां पा के गल नहीं करोगे, तब तक कोई इंसान जो दूसरा इंसान चलाता तो खुद भी चिल्लाओ, जोर दे नाल चिल्लाओ कि यस आई एम अ ट्रांस वूमन एंड आई एम प्राउड टू बी अ ट्रांस वूमन। तुहानू केस रजिस्टर्ड करना पेगा, नहीं करोगे आई विल शाउट ऑन आउटसाइड योर ऑफिस, ठीक है ना। बिकॉज तुसी उस टाइम चिल्लाना कोई गलत नहीं है। सड़कों से बाकी होर चीज़ों वास्ते नंगे होना, लड़ाई करना, वो कोई वो फिजूल है। लेकिन जदों तुसी एक समाज विच बराबरी का हक मंग रहे हो और अपना हक मंग रहे हो, कोई किसी का हक नहीं खो रहे हो, उस टाइम तुसी चिल्लाने का एक लॉजिक बनता है। चिल्लाओ जिन्ना चिल्ला सकते हो समाज। अगर समाज बहरा तो कोई गल नहीं, बहरा रहने दो, लेकिन उन्होंने दिखेगा, दिखता भी नहीं तो फिर खोलो चीज़ों, ठीक है ना। सो ਇੱਕ ਗੱਲ ਹੋਰ ਕਹੀ ਜਾਂਦੀ ਹੈ, ਕਹਿੰਦੇ ਵੀ ਤੁਹਾਡੀ ਕਮਿਊਨਿਟੀ ਦੇ ਲੋਕ ਆ ਜਿਹੜੇ ਸ਼ਾਦੀ ਨਹੀਂ ਕਰ ਸਕਦੇ, ਸਪੈਸ਼ਲੀ ਜੋ ਜਸਲੀਨ ਪਟਿਆਲਾ ਹੈ, ਉਹਨਾਂ ਨੇ ਇਹ ਗੱਲ ਕਈ ਇੰਟਰਵਿਊਜ਼ ਦੇ ਵਿੱਚ ਕਹੀਆਂ ਨੇ ਕਿ ਕਹਿੰਦੇ ਜੋ ਅਸੀਂ ਖੁਸਰੇ ਹੈ, ਖੁਸਰਾ ਸ਼ਾਦੀ ਨਹੀਂ ਕਰ ਸਕਦਾ ਔਰ ਇਹ ਇੱਕ ਗੁਨਾਹ ਹੈ। No, it's according to human rights, everyone have the same rights. ਅਸੀਂ ਬਰਾਬਰੀ ਦਾ ਅਸੀਂ ਗੱਲ ਕਰਦੇ ਹਾਂ। ਸੋ ਸ਼ਾਇਦ ਅਸੀਂ ਵਿਆਹ ਜਦੋਂ ਸੋਚਦੇ ਨਾ, हर कोई बंदा सोचता सेक्स, फिजिकल रिलेशंस, बच्चे, ये सब चीज़ां जो शादी होती हैं, विवाह होते हैं, इंसान के दिलों का रिश्ता होता है, हमारा साथ होता है ज़िंदगी भर का, एक दूसरे का। जब आपने कभी कोई वीडियोस देखते हैं, बुढ़ा बुढ़ी बैठते हैं आपस में हाथ में हाथ, क्योंकि उनका बच्चे भाग गए उनको छोड़ के, कोई अमेरिका चले गया, कोई कहीं चले गया, लेकिन वो फिर भी एक दूसरे का हाथ पकड़ के बैठे होते हैं कि हमें इमोशनल अटैचमेंट चाहिए। सब कुछ प्रोग्रेस मतलब रिप्रोडक्शन नहीं होता है, ठीक है ना। प्रकृति अब कोई कई औरत हैं या पुरुष हैं, उनके बच्चे नहीं होते, तो क्या उनको शादी नहीं करनी चाहिए क्या? ऐसा नहीं है, शादी करना सभी का अधिकार है। कानून में तो कोई ऐसा नहीं लिखा है कि हाँ अगर नहीं है ਤੁਸੀਂ शादीशुदा हो? मैं अपनी फ्रेंड नाल रह रही हूँ लिव इन रिलेशन से, ही इज़ अ ट्रांस मैन। और ये वर्णन ਜਿਹੜਾ ਹੈਗਾ ਇਹ वेदां 'ਚ भी है, किन्नर और किन्नरी ਦਾ ਵਿਵਾਹ ਹੁੰਦਾ ਸੀ। ਗੰਧਰਵ किन्नर यक्ष लोग आपस मतलब ਵਿਆਹ ਕਰਦੇ ਸੀਗੇ। और गंधर्व विवाह ਜਿਹੜਾ ਸੀਗਾ ਉਹ गंधर्व ਲੋਕਾਂ ਨੇ ਸ਼ੁਰੂ ਕੀਤਾ ਸੀ, ਜਿਹਨੂੰ ਹੁਣ ਲਵ ਮੈਰਿਜ ਕਹਿੰਦੇ ਆ, ठीक है ना। मेल फीमेल गंधर्व विवाह नहीं करते सी, वो बाद च ट्रेडिशन बनया। लेकिन गंधर्व जोड़े लोग थे वो गंधर्व विवाह करते। जब समाज ना हो साथ में तो प्रकृति को साक्षी मानकर पति पत्नी या जो भी वो रिलेशन अपने आप को स्पाउस मानते हैं,
एक दूसरे का साथी मानते हैं, वो रह सकते हैं। बाकी धर्म की अपनी अपनी बातें हैं, धर्म के अपने अपने सब लोगों ने व्याख्या की है। प्रकृति कभी किसी का डिस्क्रिमिनेट नहीं करती है। धर्म बाद में आता है, पहले प्रकृति है, कुदरत। कुदरत तो मेरे साथ, मैं शादी भी करूँ, कुदरत ने क्या करना, कुछ नहीं। कुदरत मेरे को फिर भी छाया देगी, बारिश देगी, हवा पानी सब 5 तत्व हैं, पंच तत्व, वो सभी इस लोगों को मिलते हैं। शादी करना नहीं करना ये लंबा डिबेट है, ठीक है ना। कई कंट्रीज़ में इसको कई कंट्रीज़ में नीदरलैंड वगैरह या यूरोप में इसको लीगली माना गया है। धीरे धीरे हम लोग भारत की तरफ भी आ रहे हैं कि भारत में भी इस तरह की शादियाँ हो रही हैं। पिटिशन पाई हुई कोर्ट में। पटिशन हाई कोर्ट से, दिल्ली हाई कोर्ट से। सो ਅਗਰ ਅਸੀਂ ਕਹਿੰਦੇ ਕਿ ਨਹੀਂ ਸਾਡੀ ਕੰਟਰੀਜ਼ ਤਾਂ ਇੱਦਾਂ ਅਲਾਊਡ ਨਹੀਂ ਹੈ ਵੈਸਟਰਨ, ਫਿਰ ਅਸੀਂ ਬਾਹਰ ਕਿਉਂ ਭੱਜਦੇ ਹਾਂ? ਸਿਰਫ ਪੈਸਿਆਂ ਵਾਸਤੇ ਜਾਂ ਆਪਣੇ ਐਸ਼ੋ ਆਰਾਮ ਵਾਸਤੇ? ਜਾਂ ਤਾਂ ਬਾਹਰ ਜਾਓ ਨਾ, ਕੈਨੇਡਾ ਜਾਂ ਫਿਰ ਯੂਰਪ ਨਾ ਜਾਓ। ਤੁਸੀਂ ਆਪਣੇ ਇੰਡੀਆ 'ਚ ਸਾਰੇ ਆਪਣੇ ਰੂਲਸ ਫੋਲੋ ਕਰੋ, ਸਾਰੀ ਚੀਜ਼ਾਂ ਆਪਣੇ ਆਪ ਫੋਲੋ ਕਰਦੇ ਰਹੋ। ਮੈਂ ਕਿਸੇ ਦੀ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦੀ, ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈ। बट अकॉर्डिंग टू माई नॉलेज, अकॉर्डिंग टू माई रीडिंग जो मैं पढ़ाई की है, या वेद पुराण उपनिषद या ह्यूमन राइट्स वैल्यूज़ हैं, अकॉर्डिंग टू ऑल बुक्स कितने भी डिस्क्रिमिनेशन नहीं है। हर इंसान हर बराबर का अधिकार है, कोई भी कुछ भी किसी तरह की ज़िंदगी जी सकता, अनलैस अनटिल किसी को कोई फ़र्क ना पे, दुख ना होए, किसी ਨੂੰ ਪ੍ਰੋਬਲਮ ਨਾ। ਮੈਰਿਜ ਜੋ ਹਸਬੈਂਡ ਵਾਈਫ ਮੈਰਿਜ ਕਰਨਾ, ਕਿਆ ਉਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀਆਂ? ਉਹਦੇ ਵਿੱਚ ਵੀ ਡਿਵੋਰਸ ਹੁੰਦੇ ਆ, ਠੀਕ ਹੈ। ਉਹਦੇ ਵਿੱਚ ਡਾਊਰੀ ਕਿੰਨਾ, ਦਹੇਜ ਕਿੰਨੀ ਪ੍ਰੋਬਲਮ, ਪ੍ਰਤਾੜਨਾ ਹੁੰਦੀਆਂ, ਹਰ ਜਗ੍ਹਾ ਪ੍ਰੋਬਲਮ ਹੀ ਪ੍ਰੋਬਲਮ ਹੈ। ਉੱਥੇ ਜ਼ਿਆਦਾ ਪ੍ਰੋਬਲਮਸ ਹੈ। ਸੋ ਇੱਕ ਡਿਬੇਟ ਹੋ ਰਹੀ ਸੀ ਕਾਫੀ ਸਾਲ ਪੁਰਾਣੇ PTC ਚੈਨਲ ਵਿੱਚ, ਉੱਥੇ ਵੀ ਮੈਰਿਜ ਦਾ ਹੀ ਪੁੱਛ ਰਿਹਾ ਕਿ ਕਿਸੇ ਨੇ ਕਿਹਾ ਕਿ ਫਿਰ ਤਾਂ ਤੁਸੀਂ ਡਿਵੋਰਸ ਵੀ ਲਓਗੇ, ਇਹ ਫਲਾਣਾ ਇਹ ਵੀ ਕਰੋਗੇ। ਕੀ ਅਸੀਂ ਕਿਹਾ ਯੈਸ, ਡਿਵੋਰਸ ਵੀ ਲਓਗੇ ਜਿਸ ਤਰ੍ਹਾਂ ਬਾਕੀ ਤੁਸੀਂ ਲੈ ਰਹੇ ਹੋ ਡਿਵੋਰਸ। ਤੁਸੀਂ ਵੀ ਤਾਂ ਡਿਵੋਰਸ ਲੈਂਦੇ ਆ। ਹਮੇਸ਼ਾ ਕੋਈ ਗੱਠ ਤਾਂ ਨਹੀਂ ਬੰਨ੍ਹ ਲਿਆ ਕਿ ਮੇਰੇ ਨਾਲ ਹੀ ਰਹਿ ਗਏ। ਜੇ ਪ੍ਰੋਬਲਮ ਵੀ ਹੈ, ਤੁਸੀਂ ਮਾਰਦੇ ਪੀਟਦੇ ਵਾਈਫ ਨੂੰ, ਜਾਂ ਵਾਈਫ ਵੱਲੋਂ ਕੋਈ ਪ੍ਰੋਬਲਮ ਹਸਬੈਂਡ ਨੂੰ ਹੁੰਦੀ ਹੈ, ਹਸਬੈਂਡ ਵੱਲੋਂ ਵਾਈਫ ਨੂੰ ਪ੍ਰੋਬਲਮ, ਡਿਵੋਰਸ ਵੀ ਜਦੋਂ ਅੰਡਰਸਟੈਂਡਿੰਗ ਨਹੀਂ ਹੁੰਦੀ ਹੈ ਤੇ ਡਿਵੋਰਸ ਵੀ ਹੁੰਦੇ ਆ, ਹੈ ਨਾ। ਬਿਕੋਜ਼ ਇੱਥੇ ਸਾਰੀ ਸਿਸਟਮ ਜਿਹੜਾ ਬਣਿਆ ਹੈ ਫੈਮਿਲੀ ਦੇ ਉੱਪਰ ਹੈ। ਸਾਡਾ ਫੈਮਿਲੀ ਸਿਸਟਮ ਹੈ। ਪੇਰੈਂਟਸ ਜਿਹੜਾ ਡਿਸਾਈਡ ਕਰਦੇ ਆ ਉਹ ਸਾਰਿਆਂ ਨੂੰ ਮੰਨਣਾ ਪੈਂਦਾ। ਹੋ ਸਕਦਾ ਆਪਸ 'ਚ ਰਜਾਮੰਦੀ ਨਾ ਹੋ, ਔਰ ਕਈ ਵਾਰੀ ਕੀ ਹੁੰਦਾ, ਇੰਨੇ ਸਾਲ ਰਹਿਣ ਤੋਂ ਬਾਅਦ ਵੀ बॉयफ्रेंड गर्लफ्रेंड वो मैरिज करते हैं, वो भी डिवोर्स हो जाते हैं। डिपेंड करता है। देखो किसी ना कुछ नहीं कह सकता, मैं किसी के बारे कोई टिप्पणी नहीं करना चाहती। हर एक का अपने विचार है। मेरे विचार नाल हर एक को अपना अधिकार होना चाहिए। विआह करने का भी अधिकार है सब नूं, ना बच्चे गोद लेने का भी अधिकार है। ये पुराण उपनिषदां च है, ठीक है ना। क्योंकि आप देवकी हो, हम यशोदा हैं, हम पालनहार हैं, हम पालते हैं, पालना झुलाते हैं। इसीलिए ये बहुत बड़े, हम जब इतिहास को, जिनको इतिहास का ज्ञान नहीं है उनको पढ़ लेना चाहिए कि हम हरम के रक्षक थे। ਜਿਹੜਾ ਰਾਜਾ ਰਜਵਾੜੇ ਮੁਗਲ ਦਰਬਾਰਾਂ 'ਚ ਅਸੀਂ ਹਰਮ ਦੇ, ਉਹਨਾਂ ਦੇ ਬੱਚਿਆਂ ਦੇ, ਉਹਨਾਂ ਦੇ ਰਾਣੀਆਂ ਦੀ, ਉਹਨਾਂ ਦੇ ਹਰਮ ਦੀ ਰੱਖਿਆ ਕਰਦੇ ਸੀ। ਤੇ ਰੱਖਿਆ ਕਰਨਾ ਵੀ ਬਹੁਤ ਬੜਾ ਇੱਕ ਜ਼ਿੰਮੇਵਾਰੀ ਹੈ, ਠੀਕ ਹੈ ਨਾ। ਪੈਦਾ ਕਰਨਾ ਹੀ ਸਭ ਕੁਝ ਨਹੀਂ ਹੁੰਦਾ, ਪਾਲਣਾ ਵੀ ਬਹੁਤ। ਔਰ शादी सिर्फ ਸੈਕਸ ਵਾਸਤੇ ਨਹੀਂ ਹੁੰਦਾ, ਆਪਸ 'ਚ ਇੱਕ अंतरंग संबंध होंगे हैं, अंतरंग इमोशनल संबंध भी होंगे हैं कि एटलीस्ट ही इज़ माई लाइफ पार्टनर एंड इमोशनली फिजिकली जो भी मैंने सपोर्ट करेगा, ये मेरे नाल सपोर्ट, एक दूसरे को सपोर्ट करें। सो मैं मेरे 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 मतलब ना शादी इसमें कहते हैं। फिजिकल रिलेशन तो बंदा किसी ने भी ना कर रही हो, कर ही रहे हैं लोग। जिहड़ा परंपरा च जिहड़ा हैगा, जिहड़े हिजड़ा परंपरा विच हैगा, जिहड़े बधाइयां विच, मैं ये नहीं कहूँगी कि सारे गरीब हैं। काफ़ी सारे लोग बहुत ज़्यादा रिच हैं। मैं उन्होंने की गल कर रही जिहड़े अपना काम करके गुजारा करते हैं, चाहे वो पार्लर च काम करें, चाहे वो चाह की दुकान चलाएं, चाहे फड़ियाँ लगा रहे हैं, कुछ भी काम करें, किसी के झाड़ू पोछा कर रहे हैं। उन्होंने तो बहुत ज़्यादा प्रॉब्लम आई है, एंड मेजोरिटी उन्होंने दी हैगी। दे आर 70 to 80% पीपल, बिकॉज बहुत सारे लोग अपनी आइडेंटिटी छुपा के भी जी रहे हैं, ठीक है ना। सारे तो अपने आप को आइडेंटिफाई हिजड़ा नहीं करते हैं। ऑल हिजड़ा आर ट्रांसजेंडर, बट ऑल ट्रांसजेंडर आर नॉट हिजड़ा। हिजड़ा एक परंपरा है। हिजड़ा हिजर तो बनया। हिजर मतलब होंदा सैपरेट होना, अबेंडन, विछोड़ा, बिछड़ना।
ਇਹ ਫਾਰਸੀ ਸ਼ਬਦ ਹੈ ਜੋ ਇੰਡੀਆ 'ਚ ਜਦੋਂ ਮੁਗਲ ਦਰਬਾਰਾਂ 'ਚ ਇਹ ਸ਼ੁਰੂ ਹੋਇਆ ਬੋਲਣਾ, ਉਸ ਤੋਂ ਬਾਅਦ ਫਿਰ ਇਹ ਜਿਹੜਾ ਸ਼ਬਦ ਆਇਆ ਵਜੂਦ 'ਚ। ਮੁਖੰਨਸ ਵੀ ਕਹਿੰਦੇ, ਖੁਸਰਾ ਵੀ ਕਹਿੰਦੇ। ਖੁਸਰਾ ਸਾਡੇ ਪੰਜਾਬ 'ਚ ਕਹਿੰਦੇ, ਅਤੇ ਪਾਕਿਸਤਾਨ ਦੇ ਪੰਜਾਬ 'ਚ ਖਵਾਜਾ ਸਰਾ ਕਹਿੰਦੇ ਆ। ਖਵਾਜਾ ਸਰਾ ਦਾ ਹੀ ਸ਼ਾਰਟ ਵਿੱਚ ਖੁਸਰਾ ਕਹਿੰਦੇ ਆ। ਖ ਔਰ ਸਰਾ ਜਿਹੜਾ ਸ਼ਾਰਟ ਕਰਕੇ ਖੁਸਰਾ ਹੋ ਜਾਂਦਾ। ਐਂਡ ਕਿੰਨਰ ਸੰਸਕ੍ਰਿਤ ਸ਼ਬਦ ਹੈ। ਕੀ ਔਰ ਨਰ ਜਦੋਂ ਅਲੱਗ ਕਰਦੇ, ਕੀ ਦਾ ਮਤਲਬ ਹੁੰਦਾ ਅਲੱਗ, ਅਲੱਗ ਤਰ੍ਹਾਂ ਦਾ। ਨਰ ਅਲੱਗ ਤਰ੍ਹਾਂ ਦਾ ਆਦਮੀ, ਤੁਸੀਂ ਕੁਝ ਵੀ ਕਹਿ ਲਓ, ਵਿਚਿੱਤਰ ਆਦਮੀ ਜਾਂ ਬੜਾ ਅਜੀਬ ਜਿਹਾ ਆਦਮੀ, ਕਿਉਂਕਿ ਉਹ ਜਨਾਨੀਆਂ ਸਰੀਰ ਤੋਂ ਆਦਮੀ ਵਰਗਾ ਹੈ, ਲੇਕਿਨ ਉਹ ਜਨਾਨੀਆਂ ਵਰਗਾ ਚੱਲਦਾ, ਉੱਠਦਾ, ਬੈਠਦਾ, ਪਹਿਨਾਵਾ। ਸੋ ਇਸ ਤਰ੍ਹਾਂ ਦੀ ਚੀਜ਼ਾਂ। ਸੋ ਪੈਂਡੈਮਿਕ 'ਚ ਬਹੁਤ ਪ੍ਰੋਬਲਮ ਆਈਆਂ, ਬਟ ਥੈਂਕ ਗੋਡ ਲਕਸ਼ਮੀ ਨਾਰਾਇਣ ਤ੍ਰਿਪਾਠੀ ਜੀ, ਆਚਾਰਿਆ ਮਹਾਮੰਡਲੇਸ਼ਵਰ ਕਿੰਨਰ ਅਖਾੜਾ, ਉਹਨਾਂ ਦੀ ਇੱਕ ਕੰਪਨੀ ਹੈ ਕਿਨੀਰ ਪ੍ਰਾਈਵੇਟ ਲਿਮਿਟਿਡ। ਹਾਂਜੀ, ਅਤੇ ਵਾਟਰ ਮਤਲਬ ਬਿਸਲਰੀਜ਼ ਜਿੱਦਾਂ ਹੁੰਦੀ ਨਾ, ਉਸੇ ਤਰ੍ਹਾਂ ਦੀ ਮਿਨਰਲ ਵਾਟਰ ਦੀ ਕਿਨੀਰ ਤੋਂ ਉਹਨਾਂ ਨੇ ਲਗਾਤਾਰ ਅਪ੍ਰੈਲ ਮਈ ਤੋਂ ਬਾਅਦ ਰਾਸ਼ਨ ਪ੍ਰੋਵਾਈਡ ਕੀਤਾ। 200-300 ਕਿਟਸ ਭੇਜ ਦਿੰਦੇ ਸੀਗੇ, ਐਂਡ ਸਫੀਸ਼ੈਂਟ। ਮਹੀਨੇ 2 ਮਹੀਨੇ ਬਾਅਦ ਫਿਰ ਭੇਜ ਦਿੰਦੇ ਸੀ, ਲਗਾਤਾਰ ਪਿਛਲੇ 2 ਮਹੀਨੇ ਤੱਕ ਉਹ ਭੇਜਦੇ ਰਹੇ। ਐਂਡ ਜਿਹੜਾ ਰਾਸ਼ਨ ਸਰਕਾਰ ਕਹਿ ਰਹੀ ਸੀ ਕਿ ਅਸੀਂ ਲੋਕਾਂ ਨੂੰ ਦੇਵਾਂਗੇ, ਤੁਹਾਨੂੰ ਨਹੀਂ ਮਿਲਿਆ ਉਹ ਰਾਸ਼ਨ ਵਿੱਚ ਜਦੋਂ ਲੋਕਡਾਊਨ ਹੋਇਆ ਸੀ ਕਿ 10-15 ਲੋਕਾਂ ਨੂੰ ਦਿੱਤਾ ਹੈ, ਬਟ ਕਮਿਊਨਿਟੀ ਬਹੁਤ ਲਾਰਜ ਹੈ। ਐਂਡ ਫਿਰ ਸਰਕਾਰ ਦੇ ਆਪਣੇ ਪ੍ਰੋਬਲਮਸ ਹੈ ਕਿ ਉਹਨਾਂ ਨੂੰ ਆਧਾਰ ਕਾਰਡ ਇਹ ਉਹ ਸਭ ਚੀਜ਼ਾਂ, ਸਭ ਦੇ ਆਧਾਰ ਕਾਰਡ ਅਪਡੇਟ ਨਹੀਂ ਹੈ। ਐਂਡ ਸੁਸਾਇਟੀ ਦਾ ਮੰਨਣਾ ਹੈ ਕਿ ਜਿਨ੍ਹਾਂ ਦਾ ਟਰਾਂਸਜੈਂਡਰ ਲਿਖਿਆ ਹੈ ਆਧਾਰ ਕਾਰਡ 'ਚ ਉਹਨਾਂ ਨੂੰ ਦੇਣਗੇ। ਸੋ ਇਹ ਵੀ ਪ੍ਰੋਬਲਮਸ ਹੈ, ਅਤੇ ਇਸ ਕਰਕੇ ਦਿੱਕਤਾਂ ਬਹੁਤ ਹੈ। ਜ਼ਰੂਰੀ ਨਹੀਂ ਸਾਰਿਆਂ ਨੇ ਆਪਣੇ ਟਰਾਂਸਜੈਂਡਰ ਲਿਖਵਾ ਲਿਆ ਹੈ ਨਾ, ਕਿਉਂਕਿ ਫੈਮਿਲੀ 'ਚ ਵੀ ਐਕਸੈਪਟੈਂਸ ਨਹੀਂ ਹੈ ਜਾਂ ਸੋਸਾਇਟੀ 'ਚ ਐਕਸੈਪਟੈਂਸ। ਜੇ ਟਰਾਂਸਜੈਂਡਰ ਜੇ ਉਹਨਾਂ ਨੇ ਸਪੋਜ਼ ਆਪਣੇ ਆਧਾਰ ਕਾਰਡ 'ਚ ਮੇਲ ਤੋਂ ਹਟਾ ਕੇ ਟਰਾਂਸਜੈਂਡਰ ਲਿਖਤਾ, ਫਿਰ ਉਹਨਾਂ ਨੂੰ ਕਿਰਾਏ 'ਚ ਮਕਾਨ ਵੀ ਨਹੀਂ ਦੇਣਗੇ ਕੋਈ। ਮੈਨੂੰ ਬਹੁਤ ਦਿੱਕਤ ਆਈ, ਮੈਂ ਹਜੇ ਜਿੱਥੇ ਰਹਿ ਰਹੀ ਹਾਂ ਬਹੁਤ ਹੀ ਰਿਮੋਟ ਏਰੀਆ, ਮਤਲਬ ਵੀ ਡੋਂਟ ਹੈਵ ਪੱਕਾ ਰੋਡ। ਹਾਂ, ਮੈਂ ਪਰਸੋਂ ਚੌਥੀ ਜਦੋਂ ਬਾਰਿਸ਼ ਹੋਈ ਬਹੁਤ ਜ਼ਿਆਦਾ, ਅਤੇ ਸਾਡੇ ਗਲੀ 'ਚ ਪਾਣੀ ਭਰ ਗਿਆ, ਅਤੇ ਮੈਂ ਐਕਟਿਵਾ ਜਿਹੜਾ ਸੀਗਾ ਉਹ ਬਹੁਤ ਦੂਰ ਖੜਾ ਕਰਕੇ ਫਿਰ ਪਾਣੀ 'ਚ ਮਤਲਬ ਸਾੜੀ ਉੱਪਰ ਕਰਕੇ ਘੁਟਨਿਆਂ ਤੱਕ, ਫਿਰ ਮਤਲਬ ਅੰਦਰ ਪਾਣੀ ਦੇ ਅੰਦਰ ਗਈ। ਖਤਰਾ ਵੀ ਸੀ ਕਦੇ ਖੱਡੇ 'ਚ ਖੱਡਾ ਵੀ ਹੋ ਸਕਦਾ। ਸੋ ਇਹ ਸਭ ਚੀਜ਼ਾਂ ਹੁੰਦੀਆਂ, ਕਿਉਂਕਿ ਜੇ ਅਸੀਂ ਅੱਛੀ ਜਗ੍ਹਾ ਕਮਰਾ ਕਿਰਾਏ 'ਤੇ ਲੈਂਦੇ ਹਾਂ, ਇੱਕ ਤਾਂ ਕਿਰਾਇਆ ਬਹੁਤ ਜ਼ਿਆਦਾ 15-20 ਹਜ਼ਾਰ, ਉੱਪਰੋਂ 100 ਨਖਰੇ ਕਿ ਟਰਾਂਸਜੈਂਡਰ ਹੈ, ਕਿੰਨਾ ਪਤਾ ਨਹੀਂ ਗੰਦੇ ਕੰਮ ਨਾ ਕਰਦੇ ਹੋਂ, ਸੈਕਸ ਵਰਕ ਨਾ ਕਰਦੇ। ਇਹਨਾਂ ਕੋਲ ਬਹੁਤ ਸਾਰੇ ਲੋਕ ਆਉਂਦੇ ਜਾਂਦੇ हैं, ਐਂਡ ਓਬਵੀਅਸਲੀ ਮੇਰੇ ਕੋਲ ਬਹੁਤ ਜ਼ਿਆਦਾ ਲੋਕ ਆਉਂਦੇ हैं ਕਿਉਂਕਿ ਆਈ ਐਮ ਸੋਸ਼ਲ ਐਕਟਿਵਿਸਟ। ਐਂਡ ਮੇਰੇ ਕੋਲ ਟਰਾਂਸਜੈਂਡਰ ਵੀ ਆਉਣਗੇ ਜਿਨ੍ਹਾਂ ਨੂੰ ਪ੍ਰੋਬਲਮਸ ਹੈ, ਆਪਣੀ ਸ਼ਿਕਾਇਤ ਲੈ ਕੇ, ਆਪਣੀ ਪ੍ਰੋਬਲਮਸ ਲੈ ਕੇ, ਜਿਨ੍ਹਾਂ ਨੇ ਰਾਸ਼ਨ ਲੈਣਾ। ਉਹ ਮੇਰੇ ਕੋਲ ਪਿਛਲੇ ਮੈਂ 15-20 ਦਿਨ ਪਹਿਲੇ ਮੈਂ 50-60 ਲੋਕਾਂ ਨੂੰ ਰਾਸ਼ਨ ਵੰਡਿਆ, ਅਤੇ ਰੋਟਰੈਕਟ ਕਲੱਬ ਦੇ ਅੰਡਰ। ਸੋ ਮੈਂ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਵੀ ਰੋਟਰੀ ਕਲੱਬ ਦੇ ਅੰਡਰ ਹੀ ਇੱਕ ਸਾਡਾ ਇੱਕ ਰੋਟਰੈਕਟ ਰੇਨਬੋ ਕਰਕੇ ਇੱਕ ਕਲੱਬ ਬਣਿਆ, ਉਹ ਟਰਾਂਸਜੈਂਡਰ ਪੀਪਲ। ਹਾਂ, ਰੋਟਰੈਕਟ ਕਲੱਬ ਰੇਨਬੋ ਟਰਾਂਸਜੈਂਡਰ ਵਾਸਤੇ ਹੈ, ਐਂਡ ਆਈ ਐਮ ਦ ਪ੍ਰੈਜ਼ੀਡੈਂਟ ਆਫ। ਉਹਨਾਂ ਦੇ ਕਰਕੇ ਵੀ ਕਾਫੀ ਸਾਰੀ ਅਵੇਅਰਨੈਸ ਹੋ ਰਹੀ। ਰੋਟਰੀ ਕਲੱਬ ਦੇ ਮੈਂਬਰਸ ਦੀ ਇੰਟਰਨੈਸ਼ਨਲ ਲੈਵਲ 'ਤੇ ਜਾਂ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਸੀ, ਜੋ ਅੰਬਾਲਾ 'ਚ ਕਾਫੀ ਵੱਡਾ ਫੰਕਸ਼ਨ ਹੋਇਆ, ਤੁਹਾਡਾ ਇੰਸਟਾਲੇਸ਼ਨ ਸੈਰੇਮਨੀ ਹੋਈ ਸੀਗੀ। ਹਾਂਜੀ। ਸੋ ਇਹ ਅਵੇਅਰਨੈਸ ਹੈ, ਠੀਕ ਹੈ। ਉਹਦੇ ਵਿੱਚ ਤੁਹਾਡੇ ਕਲੱਬ ਦੇ ਵਿੱਚ ਸਾਰੇ ਜਿਹੜੇ ਮੈਂਬਰਸ ਨੇ ਟਰਾਂਸਜੈਂਡਰ ਨੇ, ਐਂਡ ਟਰਾਂਸਜੈਂਡਰ ਜਦੋਂ ਵਿਜ਼ੀਬਲ, ਮਤਲਬ ਮੈਂ ਚਾਹੁੰਦੀ ਕਿ ਹਰ ਜਗ੍ਹਾ ਅਸੀਂ ਨਜ਼ਰ ਆਵਾਂ, ਯੂਨੀਵਰਸਿਟੀਜ਼, ਕਾਲਜ, ਜੌਬ, ਚਾਹੇ ਉਹ ਸੋਸ਼ਲ ਐਕਟਿਵਿਜ਼ਮ ਹੋ, ਹਰ ਜਗ੍ਹਾ ਅਸੀਂ ਉਹਦੇ ਪੋਲੀਟੀਕਲ ਸਿਸਟਮ 'ਚ ਵੀ ਫਿਰ ਅਸੀਂ ਸਭ ਜਗ੍ਹਾ ਨਜ਼ਰ ਆਉਣੇ ਚਾਹੀਦੇ। ਉਹਦੇ ਕਰਕੇ ਹੀ ਅਵੇਅਰਨੈਸ ਆਏਗੀ। ਜਦੋਂ ਅਸੀਂ ਨਾਲ ਰਹਾਂਗੇ ਤਾਂ ਹੀ ਸਾਨੂੰ ਕੋਈ ਬੰਦਾ ਪਹਿਚਾਣੇਗਾ ਕਿ ਯਸ ਕੀ। ਐਂਡ ਸਰ ਜੋ ਮਿਥਸ ਹੈਗੀਆਂ, ਜੋ ਅੰਦਰ ਸਾਡੇ ਅੰਧ ਵਿਸ਼ਵਾਸ ਹੈਗੇ ਟਰਾਂਸਜੈਂਡਰ ਨੂੰ ਲੈ ਕੇ, ਉਹ ਤਦ ਹੀ ਟੁੱਟਣਗੇ ਜਦ ਅਸੀਂ ਨਾਲ ਰਹਾਂਗੇ। ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਇਹਨਾਂ ਨੂੰ ਕਿੱਦਾਂ ਪੈਦਾ ਹੁੰਦੇ ਆ, ਪਤਾ ਨਹੀਂ ਜਦੋਂ ਮਰਦੇ ਆ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਆ। ਇੱਕ ਹੋਰ ਵੀ ਗੱਲ ਕਹੀ ਜਾਂਦੀ, ਕਹਿੰਦੇ ਜਦੋਂ ਡੈਥ ਹੁੰਦੀ ਕਿਸੇ ਟਰਾਂਸਜੈਂਡਰ ਦੀ, ਉਸ ਟਾਈਮ ਕਹਿੰਦੇ ਜਿਹੜਾ ਸੰਸਕਾਰ ਉਹ ਤਾਂ ਰਾਤ ਨੂੰ ਕੀਤਾ ਜਾਂਦਾ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨਹੀਂ, ਇਹ ਸਾਰੇ ਮਿਥਸ ਹੈ, ਅੰਧ ਵਿਸ਼ਵਾਸ ਹੈ, ਕੁਝ ਨਹੀਂ ਹੁੰਦਾ। ਉਹ ਕੋਈ ਉਹ ਸ਼ਵ ਯਾਤਰਾ ਦੇ ਵਿੱਚ ਵੀ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਹੈਗਾ। ਨਹੀਂ, ਉਹ ਇਸ ਕਰਕੇ ਬਣੀਆਂ ਸੀਗੀਆਂ ਕੁਝ ਟਾਈਮ ਤੱਕ, ਜਦੋਂ ਐਂਟੀ ਟਰਾਈਬਲ ਲਾਅ ਬਣਿਆ ਸੀਗਾ 1871 ਵਿੱਚ। ਅੰਗਰੇਜ਼ਾਂ ਨੇ ਇੱਕ ਲਾਅ ਬਣਾਇਆ ਸੀ ਐਂਟੀ ਟਰਾਈਬਲ ਲਾਅ, ਜਿਹਦੇ ਵਿੱਚ ਟਰਾਂਸਜੈਂਡਰ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਸੀਗਾ।
ਟਰਾਂਸਜੈਂਡਰ ਨੂੰ ਪਕੜ ਕੇ ਮਾਰਿਆ ਜਾਂਦਾ ਸੀ, ਉਹਨਾਂ ਦੇ ਕੱਪੜੇ ਖੋਲ੍ਹੇ ਜਾਂਦੇ ਸੀ, ਉਹਨਾਂ ਨੂੰ ਜੇਲ੍ਹ, ਕਾਲਾ ਪਾਣੀ ਦੀ ਸਜ਼ਾ, ਬਹੁਤ ਸਾਰੀ ਯਾਤਨਾਵਾਂ ਦੇ ਕੇ ਬਹੁਤ ਬੁਰੀ ਗਤੀ ਕਰਦੇ ਸੀਗੇ, ਉਹਨਾਂ ਨੂੰ ਮਾਰਦੇ ਪੀਟਦੇ। ਸੋ ਸੈਕਸ਼ੂਅਲ ਅਬਿਊਜ਼ ਹੁੰਦਾ ਸੀ ਜੇਲ੍ਹ 'ਚ, ਐਂਡ ਉਸ ਕਰਕੇ ਟਰਾਂਸਜੈਂਡਰ ਛੁਪ ਗਏ, ਲੁਕ ਜਾਂਦੇ ਸੀਗੇ ਦੇਖਦੇ ਹੀ ਪੁਲਿਸ ਨੂੰ, ਅਤੇ ਉਹ ਸਲਮ ਏਰੀਆ 'ਚ ਰਹਿਣਾ ਸ਼ੁਰੂ ਹੋ ਗਏ। ਅਤੇ ਉਹਨਾਂ ਨੇ ਆਪਣਾ ਜਿਹੜਾ ਔਰਾ ਸੀ, ਆਪਣੇ ਆਸ-ਪਾਸ ਦਾ ਮਾਹੌਲ ਇੱਦਾਂ ਦਾ ਕ੍ਰੀਏਟ ਕਰਨਾ ਸ਼ੁਰੂ ਕੀਤਾ, ਡਰਾਵਨਾ, ਅਤੇ ਤਾਂ ਕਿ ਕੋਈ ਵੀ ਆਮ ਇਨਸਾਨ ਉਹਦੇ ਨੇੜੇ ਨਾ ਆਵੇ, ਕੋਈ ਪੁਲਿਸ ਵੀ ਨਾ ਆਵੇ ਡਰਦੇ, ਕਿਉਂਕਿ ਪੁਲਿਸ ਤਾਂ ਇੰਡੀਅਨ ਹੀ ਸੀਗੀ, ਅੰਗਰੇਜ਼ ਤਾਂ ਸਾਰੇ ਨਹੀਂ ਸੀਗੇ, ਅੰਗਰੇਜ਼ ਆਫਿਸਰ ਸੀਗੇ, ਅਤੇ ਪੁਲਿਸ ਵਾਲੇ ਵੀ ਡਰ ਜਾਂਦੇ ਸੀਗੇ ਕਿ ਹੈ ਤਾਂ ਉਹ ਵੀ ਇੰਡੀਅਨ ਹੀ ਸੀਗੇ, ਉਹਨਾਂ ਨੂੰ ਪਤਾ ਕਿੰਨਰ ਹੈ ਇਹ ਲੋਕ। ਸੋ ਡਰ ਦੇ ਕਾਰਨ, ਡਰ ਦਾ ਕ੍ਰੀਏਟ ਕੀਤਾ ਗਿਆ, ਹੌਲੀ ਹੌਲੀ ਸ਼ਵ ਯਾਤਰਾ ਨੂੰ ਵੀ ਇੱਦਾਂ ਦੇ ਮਤਲਬ ਕ੍ਰੀਏਟ ਕੀਤਾ ਜਾਂਦਾ, ਕੋਈ ਇੱਦਾਂ ਦੀ ਚੀਜ਼ ਨਹੀਂ ਹੈ, ਡਿਸਕ੍ਰਿਮੀਨੇਸ਼ਨ ਕਰਕੇ ਹੀ ਹੁੰਦਾ ਸੀਗਾ ਇਹ, ਕਿਉਂਕਿ ਲੋਕ ਡਿਸਕ੍ਰਿਮੀਨੇਸ਼ਨ ਕਰਦੇ ਸੀਗੇ, ਉਹਨਾਂ ਨੂੰ ਸ਼ਮਸ਼ਾਨ ਘਾਟ ਯੂਜ਼ ਨਹੀਂ ਕਰਨ ਦਿੰਦੇ ਸੀਗੇ, ਇਸ ਕਰਕੇ ਉਹ ਚੀਜ਼ਾਂ ਸ਼ੁਰੂ ਹੋਈਆਂ। ਲੇਕਿਨ ਬਾਅਦ 'ਚ ਜਦੋਂ ਆਜ਼ਾਦੀ ਹੋਈ 1952 'ਚ ਐਂਟੀ ਟਰਾਈਬਲ ਲਾਅ ਹੈ ਉਹ ਖ਼ਤਮ ਕਰ ਦਿੱਤਾ ਗਿਆ, ਉਹਨੂੰ ਡੀਨੋਟੀਫਾਈਡ ਕਰ ਦਿੱਤਾ ਗਿਆ ਸੀਗਾ। ਪਹਿਲੇ ਨੋਟੀਫਾਈਡ ਕੀਤਾ 88 ਕਰਤਾ, ਫਿਰ ਡੀਨੋਟੀਫਾਈਡ। ਸਰਦਾਰ ਵੱਲਭ ਭਾਈ ਪਟੇਲ ਦੀ ਇੱਕ ਕਮੇਟੀ ਬਣੀ ਸੀ ਉਹਨਾਂ ਨੇ, ਹਾਲਾਂਕਿ ਉਹਨਾਂ ਦੀ ਡੈਥ ਹੋ ਗਈ ਸੀ, ਬਟ ਉਹਨਾਂ ਦੀ ਡੈਥ ਤੋਂ ਬਾਅਦ ਇਹ ਸਾਰੇ ਡੀਨੋਟੀਫਾਈਡ ਹੋਇਆ, ਕਿਉਂਕਿ ਗ੍ਰਹਿ ਮੰਤਰੀ ਸੀਗੇ। ਸੋ ਇਸ ਤੋਂ ਬਾਅਦ ਉਹ ਜਿਹੜਾ ਮਾਈਂਡ ਸੈਟ ਬਣਿਆ ਰਿਹਾ, ਕਿਤੇ ਨਾ ਕਿਤੇ ਉਹ ਚੀਜ਼ਾਂ ਚੱਲਦੀਆਂ ਰਹੀਆਂ, ਲੇਕਿਨ ਹੌਲੀ ਹੌਲੀ ਜਿਹੜੇ ਪੜ੍ਹੇ ਲਿਖੇ ਟਰਾਂਸਜੈਂਡਰ ਸੀ ਉਹ ਬਾਹਰ ਆਏ, ਐਂਡ ਕਾਫੀ ਸਾਰੀਆਂ ਚੀਜ਼ਾਂ ਬਦਲੀਆਂ। ਵਿਦਿਨ ਕਮਿਊਨਿਟੀ ਬਹੁਤ ਸਾਰਾ ਡਿਸਕ੍ਰਿਮੀਨੇਸ਼ਨ ਹੈ, ਕਮਿਊਨਿਟੀ ਦੇ ਅੰਦਰ ਵੀ ਬਹੁਤ ਸਾਰਾ ਡਿਸਕ੍ਰਿਮੀਨੇਸ਼ਨ ਹੈ, ਵੀਡੀਓਜ਼ ਵੀ ਵਾਇਰਲ ਹੁੰਦੀਆਂ ਕੁੱਟਮਾਰ ਦੀਆਂ, ਬਹੁਤ ਸਾਰਾ ਡਿਸਕ੍ਰਿਮੀਨੇਸ਼ਨ ਹੈ। ਔਰ ਉਹ ਛੋਟੀ ਜਿਹੀ ਕਮਿਊਨਿਟੀ ਹੋਣ ਕਰਕੇ ਆਪਣਾ ਵਰਚਸਵ ਜਿਹੜਾ ਹੈ, ਇੱਕ ਵਰਚਸਵ ਬਣਾਉਣ ਵਾਸਤੇ ਉਹ ਸਾਰੀ ਰਿਵੈਲਰੀਜ਼ ਚੱਲਦੀਆਂ, ਬਹੁਤ ਸਾਰੇ ਹੋਣਾ ਨਹੀਂ ਚਾਹੀਦਾ, ਕਿਉਂਕਿ ਸਮਾਜ ਵਿੱਚ ਜਦ ਤੱਕ ਅਸੀਂ ਅੱਛੀ ਛਵੀ ਨਹੀਂ ਦਿਖਾਵਾਂਗੇ ਤਦ ਤੱਕ ਐਕਸੈਪਟੈਂਸ ਨਹੀਂ ਹੋਗੀ। ਮੈਂ ਪਹਿਲੇ ਵੀ ਕਿਹਾ, ਨੋਰਮਲਾਈਜੇਸ਼ਨ ਜਿਹੜਾ ਹੁੰਦਾ ਉਹ ਖੁਦ ਤੋਂ ਸ਼ੁਰੂ ਹੁੰਦਾ। ਪਹਿਲੇ ਅਸੀਂ ਵੀ ਆਰ ਨੋਰਮਲ ਪੀਪਲ, ਬਟ ਉਹਨੂੰ ਦਿਖਾਉਣਾ ਵੀ ਪਏਗਾ ਕਿ ਯੈਸ ਵੀ ਆਰ ਰੀਅਲੀ ਨੋਰਮਲ ਪੀਪਲ। ਸੋ ਇਹ ਜਿਹੜੀ ਪਰੰਪਰਾਵਾਂ ਵਿੱਚੋਂ ਬਹੁਤ ਸਾਰੇ ਅੰਧ ਵਿਸ਼ਵਾਸ ਜੁੜਦੇ ਗਏ, ਹੌਲੀ ਹੌਲੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਕੀ ਹੁੰਦਾ ਇਹਨਾਂ ਦੇ ਅੰਡਰਵੇਅਰ 'ਚ, ਉਹਨਾਂ ਦੇ ਮਰਨ ਤੋਂ ਬਾਅਦ ਕੀ ਹੁੰਦਾ, ਕੁਛ ਨਹੀਂ ਹੁੰਦਾ, ਸਭ ਕੁਛ ਨੋਰਮਲ ਹੀ ਹੈ। ਬਟ ਹੁਣ ਹੌਲੀ ਹੌਲੀ ਖ਼ਤਮ ਹੋ ਰਿਹਾ ਸਾਰੀ ਚੀਜ਼ਾਂ। ਮੈਂ ਤਾਂ ਕਦੀ ਨਹੀਂ ਦੇਖਿਆ ਕਿ ਰਾਤ ਨੂੰ ਲੈ ਜਾਂਦੇ, ਹਾਲਾਂਕਿ ਮੈਂ ਹਿਜੜਿਆਂ 'ਚ ਵੀ ਰਹੀ ਹਾਂ, ਔਰ ਹਜੇ ਵੀ ਮੇਰਾ ਮਿਲਣਾ ਜੁਲਣਾ ਸਭ ਬੜਾ। ਇਹ ਵੀ ਕਹਿੰਦੇ ਜੁੱਤੀਆਂ ਮਾਰਦੇ ਆ, ਇੱਦਾਂ ਵੀ ਗੱਲਾਂ ਬੜੀਆਂ ਸਾਹਮਣੇ ਆਈਆਂ। ਨਹੀਂ, ਇੱਦਾਂ ਕੁਛ ਨਹੀਂ ਹੁੰਦਾ। ਤੁਹਾਡੀ ਕਮਿਊਨਿਟੀ ਯੂ ਕੈਨ ਟੈਲ ਅਸ ਬੈਟਰ। ਨੋ, ਦਿਸ ਇਜ਼ ਟੋਟਲੀ ਮਤਲਬ ਅੰਧ ਵਿਸ਼ਵਾਸ ਹੈ ਨਾ, ਸਭ ਚੀਜ਼ ਅਸੀਂ ਖੁਦ ਕ੍ਰੀਏਟ ਕੀਤੀ ਗਈਆਂ। ਐਂਡ ਹੋ ਸਕਦਾ ਕੋਈ ਇੱਦਾਂ ਦਾ ਕੇਸ ਹੋਵੇ ਜਿਹਦੇ ਵਿੱਚ ਉਸਦੇ ਗੁਰੂ ਨੇ ਜਾਂ ਉਹਦੇ ਉਸ ਬੰਦੇ ਨੇ, ਜੋ ਇਨਸਾਨ ਹੈ, ਉਹਨੇ ਸਾਰਿਆਂ ਨੂੰ ਬਹੁਤ ਤੰਗ ਕੀਤਾ ਹੋਣਾ, ਜਾਂ ਕਿਸੇ ਨੇ ਇੱਕ ਚੀਜ਼ ਕ੍ਰੀਏਟ ਸੀਨ ਹੋ ਜਾਂਦਾ ਨਾ। ਸਪੋਜ਼ ਇੱਕ ਫਿਲਮ 'ਚ ਕੋਈ ਸੀਨ ਦਿਖਾਇਆ, ਕੋਈ ਚੀਜ਼ ਦਾ ਮਾਈਥੋਲੋਜੀ ਦੇ ਦਿਖਾਇਆ ਕਿ ਫਲਾਣੇ ਦੇਵਤਾ ਨੇ ਇੱਦਾਂ ਕੀਤਾ, ਉਹ ਸਾਰੇ ਫੇਮਸ ਹੋ ਜਾਂਦਾ, ਹਾਲਾਂਕਿ ਉਹ ਪੁਰਾਣ 'ਚ ਇੱਦਾਂ ਲਿਖਿਆ ਨਹੀਂ ਹੁੰਦਾ, ਪਰ ਕਿਉਂਕਿ ਫਿਲਮ ਸਾਰੇ ਦੇਖਦੇ ਆ, ਹੈ ਨਾ। ਉਹ ਸਭ ਚੀਜ਼ਾਂ, ਜਿਸ ਤਰ੍ਹਾਂ ਕਿਹੜੀ ਫਿਲਮ ਜੋਧਾ ਬਾਈ ਆਈ ਸੀ, ਜੋਧਾ ਅਕਬਰ, ਉਸ ਦੇ ਵਿੱਚ ਵੀ ਰਾਜਪੂਤ ਕਮਿਊਨਿਟੀ ਨੇ ਕਾਫੀ ਓਬਜੈਕਸ਼ਨ ਕੀਤਾ ਸੀ ਕਿ ਇਹ ਸਭ ਚੀਜ਼ਾਂ, ਫਿਰ ਉਹ ਸੋਚਦੇ ਕਿ ਕਮਿਊਨਿਟੀ ਸੋਚਦੀ ਕਿ ਇਹ ਫਿਰ ਟ੍ਰੈਡੀਸ਼ਨ ਬਣ ਜਾਏਗਾ, ਕਿਉਂਕਿ ਫਿਲਮ ਨੂੰ ਸਾਰੇ ਦੇਖਦੇ ਰਹਿਣਗੇ। ਉਹ ਚੀਜ਼ਾਂ ਨਹੀਂ ਕ੍ਰੀਏਟ ਹੋਣੀ ਚਾਹੀਦੀਆਂ, ਕਿਉਂਕਿ ਜੋ ਚੀਜ਼ ਹਿਸਟਰੀ 'ਚ ਹੈ ਜਾਂ ਜੋ ਰਿਸਰਚ ਬੇਸਡ ਹੈ ਉਹਨੂੰ ਮਾਨਤਾ ਹੋਣੀ ਚਾਹੀਦੀ। ਫਾਲਤੂ ਦੀ ਚੀਜ਼ਾਂ ਇੱਕ ਫਿਰ ਐਗਜ਼ਾਮਪਲ ਸੈੱਟ ਹੋ ਜਾਂਦਾ ਹੈ। ਇੱਕ ਚੀਜ਼ ਹੋਈ ਹੋਣੀ, ਉਹ ਸ਼ਾਇਦ ਕਿਸੇ ਨੇ ਦੇਖ ਲਈ ਜਾਂ ਕੁਝ ਲੋਕਾਂ ਨੇ ਦੇਖ ਲਿਆ, ਅੱਗੇ ਰੂਮਰਸ ਹੁੰਦੇ ਨਾ, ਅੱਗੇ ਤੋਂ ਅੱਗੇ ਕਹਾਣੀਆਂ ਪਹੁੰਚ ਜਾਂਦੀਆਂ। ਫਿਰ ਉਹ 2018 'ਚੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੰਡੀਆ ਆਏ ਸੀਗੇ, ਅਤੇ ਉਹਨਾਂ ਨੇ ਮੈਨੂੰ ਆਪਣੇ ਡਿਨਰ 'ਤੇ ਇਨਵਾਈਟ ਕੀਤਾ ਸੀਗਾ ਦਿੱਲੀ। ਸੋ ਇਹ ਬਹੁਤ ਵੱਡੀ ਗੱਲ ਸੀ, ਬਿਕੋਜ਼ ਆਈ ਐਮ ਦਾ ਓਨਲੀ ਟਰਾਂਸਜੈਂਡਰ ਇਨ ਇੰਡੀਆ ਜਿਹਨੂੰ ਇਨਵਾਈਟ ਕੀਤਾ ਗਿਆ ਸੀਗਾ ਡਿਨਰ 'ਤੇ। ਐਂਡ ਜਦੋਂ ਮੈਂ ਡਿਨਰ 'ਤੇ ਗਈ ਤਾਂ ਮੈਨੂੰ ਇਨਵੀਟੇਸ਼ਨ ਲੈਟਰ ਆਇਆ ਮੇਲ 'ਤੇ ਐਮਬੈਸੀ ਦੇ ਥਰੂ, ਅਤੇ ਮੈਂ ਸੋਚਿਆ ਇਗਨੋਰ ਕਰਦੀ ਰਹੀ 2-4 ਦਿਨ ਮੈਂ ਇੱਦਾਂ ਹੀ। ਫਿਰ ਮੈਂ ਇੱਕ ਫ਼ੋਨ ਕਰਕੇ, ਕਿਉਂਕਿ ਮੇਰੇ ਐਮਬੈਸੀ ਨਾਲ ਤਾਲੁਕਾਤ ਸੀਗੇ, ਐਮਬੈਸੀ ਮੈਨੂੰ ਸਾਨੂੰ ਪ੍ਰਾਈਡ ਜਦੋਂ ਔਰਗਨਾਈਜ਼ ਕਰਦੇ ਹਾਂ ਉਹ ਸਪੋਂਸਰ ਕਰਦੇ ਸੀਗੇ, ਅਤੇ ਮੈਂ ਐਮਬੈਸੀ 'ਚ ਫ਼ੋਨ ਕੀਤਾ ਅਤੇ ਉਹਨਾਂ ਨੇ ਕਿਹਾ ਯੈਸ ਅਸੀਂ ਸੈਂਡ ਕੀਤਾ ਹੈ, ਐਂਡ ਆਰ ਯੂ ਕਮਿੰਗ, ਬਸ ਕਨਫਰਮੇਸ਼ਨ ਕਰਨਾ ਸੀਗਾ। ਸੋ ਮੈਂ ਕਿਹਾ ਯੈਸ ਆਈ ਐਮ ਕਮਿੰਗ। ਸੋ ਮੈਂ ਕਨਫਰਮ ਕੀਤਾ। ਸੋ ਇਟ ਵਾਜ਼ ਬਿਗ ਸਟੋਰੀ। ਉਸ ਟਾਈਮ ਦੇ ਸਾਰੇ ਨਿਊਜ਼ ਚੈਨਲਸ ਨੇ
ਈਵਨ BBC ਨੇ ਵੀ ਉਹ ਕਵਰ ਕੀਤਾ ਸੀਗਾ, ਸਾਰੇ TV ਚੈਨਲ ਪ੍ਰਿੰਟ, ਯੈਸ। ਐਂਡ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਸਟੂਡੈਂਟ ਜੋ ਹੈ ਉਹ ਜਸਟਿਨ ਟਰੂਡੋ ਦੇ ਸੱਦੇ 'ਤੇ ਡਿਨਰ ਕਰਨ ਜਾਏ, ਐਂਡ he invited and he talked little about transgender activism, and then you are doing such a good job, ਉੱਥੇ ਤੱਕ ਵੀ ਉਹਨਾਂ ਨੂੰ ਖਬਰ ਪਹੁੰਚ ਗਈ। ਐਂਡ he said ਕਿ ਅਗਰ ਕੋਈ ਵੀ ਡਿਸਕ੍ਰਿਮੀਨੇਸ਼ਨ ਦਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, you can move to Canada, you can come Canada, so you are most welcome। but I said I want to work in India, ਮੈਂ ਇੰਡੀਆ 'ਚ ਹੀ ਕੰਮ ਕਰਨਾ ਚਾਹੁੰਦੀ ਹਾਂ, ਇੰਡੀਆ 'ਚ ਹੀ ਰਹਿ ਕੇ ਤਾਂ ਕਿ ਮੇਰੀ ਲੋੜ ਇੱਥੇ ਹੈਗੀ ਹੈ, ਠੀਕ ਹੈ ਨਾ। ਅਗਰ ਮੈਂ ਇੱਥੋਂ ਛੱਡ ਕੇ ਚਲੇ ਜਾਊਂਗੀ ਸੋ ਫਿਰ ਉਹ ਸਾਰੇ ਜਿਹੜਾ ਐਕਟਿਵਿਜ਼ਮ ਸੀ, ਜਿਹੜਾ ਮੂਵਮੈਂਟ ਸੀਗਾ, ਉਹ ਖਤਮ ਹੋ ਜਾਏਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਜੀ। ਥੈਂਕ ਯੂ ਸੋ ਨਾਈਸ ਸਰ। ਸੋ ਇਹ ਸੀ ਧਨੰਜੇ ਚੌਹਾਨ ਜੋ ਪੰਜਾਬ ਯੂਨੀਵਰਸਿਟੀ ਦੇ ਫਸਟ ਟਰਾਂਸਜੈਂਡਰ ਸਟੂਡੈਂਟ ਸਨ, ਔਰ ਇਹਨਾਂ ਨੇ ਆਪਣੇ ਰਾਈਟਸ ਨੂੰ ਕਾਇਮ ਕਰਨ ਦੇ ਲਈ ਔਰ ਆਪਣੀ ਕਮਿਊਨਿਟੀ ਦੇ ਲਈ ਇਹਨਾਂ ਨੇ ਬਹੁਤ ਲੜਾਈਆਂ ਲੜੀਆਂ ਨੇ, ਅਤੇ ਅੱਜ ਆਪਣੀ ਕਮਿਊਨਿਟੀ ਨੂੰ ਇੱਕ ਜਿਹਨੂੰ ਕਹਿੰਦੇ ਨੋਰਮਲ ਲਾਈਫ ਦੇ ਵਿੱਚ ਲਿਆਉਣ ਵਾਲੇ ਜਿਹੜੇ ਨੇ ਧਨੰਜੇ ਚੌਹਾਨ ਹੀ ਨੇ। ਚੰਡੀਗੜ੍ਹ ਤੋਂ ਸੁਰਖਾਬ TV ਦੇ ਲਈ ਆਕਾਂਕਸ਼ਾ ਸਕਸੈਨਾ।